यूके यूरोप अंदर संगत टैलीविजन देख रही हैं समूह संगत दास की फतेह प्रवान करो जी। वाहिगुरू जी का खालसा वाहिगुरू जी की फतेह। बाणी गुरु गुरु है बाणी विच बाणी अमृत सारे। गुरबाणी कहे सेवक जन मानै प्रतख गुरु निस्तारे। तुर की बाणी आई तिन सगली चिंत मिटाई। ऐसे दीन दयाल सतगुरु दसां पातशाहियां दी जोत। चावर छतर तखत दे मालक धन धन साहिब श्री गुरु ग्रंथ साहिब सच्चे पातशाह जी का पहला प्रकाश गुरपुरब जो सचखंड साहिब श्री हरमंदिर साहिब जी विखे सतगुरां ने प्रकाश किया। तिन्हां सतगुरां का पहला प्रकाश गुरपुरब समूह गुरु नानक नाम लेवा सिख संगतां बहुत ही श्रद्धा और भावना के नाल देश विदेश अंदर मना रही हैं। सतगुरां के पावन इतिहास और गुरबाणी और जो सतगुरां के पावन उपदेश है इस दे बारे साडे नाल विचार करने वास्ते स्टूडियो विच हाज़र हन सिख पंथ की नामवर शख्सियत भाई निर्मल सिंह जी धूलकोट। आओ इन्हां कोलों जानते हाँ सिख पंथ गुरु ग्रंथ और सतगुरां के पावन इतिहास बारे। भाई साहब जी वाहिगुरू जी का खालसा वाहिगुरू जी की वाहिगुरू जी का खालसा वाहिगुरू जी की फतेह जी। भाई साहब जी जिवें कि देश विदेश अंदर सतगुरां के पहले प्रकाश गुरपुरब नूं समर्पित समागम हो रहे हैं। सतगुरु धन धन साहिब श्री गुरु ग्रंथ साहिब सच्चे पातशाह जी के पहले प्रकाश गुरपुरब नूं मुख रखते हुए देश विदेश अंदर सिख संगतां ये महान समागम मना रही हैं। इस पावने इतिहास बारे संगतां दे नाल जानकारी साझी करो जी। सब तो पहला अरदास समुची संगत टैलीविजन प्रबंधक टीम का ਅਤੇ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕਰਦਾ ਹੈ ਜੋ ਸਮੇਂ-ਸਮੇਂ 'ਤੇ ਆਪ ਜੀ ਸੰਗਤਾਂ ਦੇ ਦਰਸ਼ਨ ਇਸ ਮਾਧਿਅਮ ਰਾਹੀਂ ਹੁੰਦੇ ਹਨ। ਅਤੇ ਨਾਲ ਦਾਸ ਆਪਣੇ ਵੱਲੋਂ ਸਮੂਹ ਸੰਗਤ ਟੈਲੀਵਿਜ਼ਨ ਦੀ ਪ੍ਰਬੰਧਕੀ ਟੀਮ ਵੱਲੋਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਐਸੇ ਦੀਨ ਦਿਆਲ ਸਤਿਗੁਰੂ ਦੇ ਮਹਾਨ ਗੁਰਪੁਰਬ ਪਹਿਲੇ ਪ੍ਰਕਾਸ਼ ਪੁਰਬ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ। ਭਾਈ ਸਾਹਿਬ ਜੀ ਸੰਸਾਰ 'ਤੇ ਕਿਸੇ ਕੌਮ ਨੂੰ ਕਿਸੇ ਧਰਮ ਨੂੰ ਪ੍ਰਫੁੱਲਤ ਹੋਣ ਵਾਸਤੇ ਫਿਲਾਸਫੀ ਸਾਹਿਤ ਤਿੰਨ ਗੱਲਾਂ ਮੰਨਦਾ ਹੈ। ਪਹਿਲਾ ਹੁੰਦਾ ਹੈ ਉਹਦਾ ਮੁਕਾਮ, ਦੂਜਾ ਹੁੰਦਾ ਹੈ ਉਹਦਾ ਕਲਾਮ, ਤੀਜਾ ਹੁੰਦਾ ਹੈ ਉਹਦਾ ਨਿਜ਼ਾਮ। ਮੁਕਾਮ ਪਹਿਲਾਂ ਜ਼ਰੂਰੀ ਹੈ। ਜੇ ਤੁਹਾਡੇ ਕੋਲ ਆਪਣਾ ਘਰ ਨਾ ਹੋਵੇ ਤਾਂ ਤੁਹਾਡਾ ਕਲਾਮ ਤੇ ਨਿਜ਼ਾਮ ਕਿਤੇ ਅਪਲਾਈ ਨਹੀਂ ਹੋ ਸਕਦਾ, ਅਧੂਰਾ ਰਹਿ ਸਕਦਾ। ਵੇਖੋ ਨਾਲ ਦੀ ਨਾਲ ਆਪਾਂ ਇਹ ਗੱਲ ਕਰਦੇ ਜਾਵਾਂਗੇ। ਸਭ ਤੋਂ ਵੱਡੀ ਗੱਲ ਸਤਿਗੁਰੂ ਨੇ ਸਮਝਾਈ ਹੈ, ਭਾਵੇਂ ਗੱਲ ਲਾਸਟ ਵਿੱਚ ਵੀ ਆਏਗੀ, ਕਿ ਜਿੱਥੇ ਐਸੇ ਸ਼ਬਦ ਐਸੀ ਮਹਾਨ ਨਿਰੰਕਾਰੀ ਬਾਣੀ ਦਾ ਪ੍ਰਕਾਸ਼ ਹੋਣਾ ਉਹਦਾ ਮਕਾਮ ਪਹਿਲਾਂ ਜ਼ਰੂਰੀ ਹੈ। ਔਰ ਦੂਜੀ ਗੱਲ ਵੇਖੋ ਕਮਾਲ ਦੀ, ਜੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਣਾ ਹੈ ਉਹਦਾ ਜ਼ਿਕਰ ਆਪਾਂ ਅੱਗੇ ਕਰਦੇ ਕਿੰਨਾ ਟਾਈਮ ਲੱਗਾ, ਪਰ ਜੇ ਤੁਸੀਂ ਹਰਿਮੰਦਰ ਸਾਹਿਬ ਜੀ ਲਈ ਵੇਖਣੇ ਆ ਤੇ ਲਗਭਗ ਹਰਿਮੰਦਰ ਸਾਹਿਬ ਜੀਆਂ ਦੇ ਵੀ ਇਸ ਮੁਕੱਦਸ ਅਸਥਾਨ ਨੂੰ ਉਸਰਦਿਆਂ ਦਹਾਕੇ ਤੋਂ ਉੱਪਰ ਟਾਈਮ ਲੱਗਦਾ ਹੈ। ਪਹਿਲਾ ਮੁਕਾਮ ਉਹ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਣਾਇਆ, ਮੁਕਾਮ ਹੋ ਗਿਆ। ਹੁਣ ਇਤਿਹਾਸ ਜਾਂ ਫਿਲਾਸਫੀ ਇਕੱਲੀ ਇਹ ਕਹਿੰਦੀ ਹੈ ਮੁਕਾਮ, ਕਲਾਮ ਅਤੇ ਨਿਜ਼ਾਮ ਪ੍ਰਬੰਧ, ਪਰ ਜਿਹੜਾ ਮੁਕਾਮ ਵੀ ਬਣਾਇਆ ਨਾ ਗੁਰੂ ਅਰਜਨ ਦੇਵ ਸਾਹਿਬ ਨੇ ਉਹ ਵੀ ਐਸਾ ਬਣਾਇਆ ਜਿਹਨੂੰ ਬਾਣੀ ਨੇ ਵੀ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਉਹ ਵੀ ਬੜਾ ਆਲਾ ਹੈ, ਬੜਾ ਕਮਾਲ ਦਾ ਹੈ। ਦੂਜੀ ਗੱਲ, ਇਸ ਮੁਕਾਮ ਅੰਦਰ ਇਸ ਸਥਾਨ ਅੰਦਰ ਜਿਹੜਾ ਕਲਾਮ ਰੱਖਿਆ ਜਾਣਾ ਹੈ ਉਹ ਵੀ ਰੱਬੀ ਕਲਾਮ ਰੱਖਿਆ ਗਿਆ, ਕਿਸੇ ਇੱਕ ਬੰਦੇ ਇੱਕ ਧਰਮ ਜਾਂ ਇੱਕ ਕੌਮ ਜਾਂ ਕੁਝ ਲੋਕਾਂ ਲਈ ਨਹੀਂ। ਇੱਥੋਂ ਫਿਰ ਅੱਗੇ ਨਿਜ਼ਾਮ ਦੀ ਗੱਲ ਆਏਗੀ। ਹੁਣ ਆਈਏ ਇਸ ਗੱਲ ਵੱਲ, ਇਹ ਜੋ ਇੱਥੋਂ ਤੱਕ ਪਹੁੰਚਣ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਥੋੜ੍ਹਾ ਮੈਂ ਪਿੱਛੇ ਜਾਣਾ ਚਾਹੁੰਦਾ ਆਪ ਜੀ ਲਈ। ਜਦੋਂ ਇਸ ਬਾਣੀ ਦੀ ਗੱਲ ਕਰਦੇ ਨਾ ਜੀ, ਇਹ ਸਾਨੂੰ ਸੰਗਤ ਨੂੰ ਬੜੇ ਧਿਆਨ ਨਾਲ ਵੇਖਣ ਦੀ ਲੋੜ ਹੈ। ਜਿਹੜਾ ਸ਼ਬਦ ਰੂਪ ਹੁੰਦਾ ਉਹ ਲਿਖਤੀ ਰੂਪ ਹੁੰਦਾ। ਜਦੋਂ ਆਪਾਂ ਆਪਣੇ ਬੋਲਾਂ ਨੂੰ ਲਿਖਦੇ ਹਾਂ ਉਹਨੂੰ ਸ਼ਬਦ ਕਹਿੰਦੇ ਨੇ। ਆਪਣੇ ਬੋਲਾਂ ਨੂੰ, ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਲਿਖਤੀ ਰੂਪ ਸ਼ਬਦ ਹੁੰਦਾ। ਸ਼ਬਦ ਨੂੰ ਬੋਲਿਆ ਜਾਏ ਉਹ ਬਾਣੀ ਹੁੰਦੀ। ਬਾਣੀ ਸਾਊਂਡ ਨੂੰ ਵੀ ਕਹਿੰਦੇ ਨੇ, ਆਵਾਜ਼ ਨੂੰ ਕਹਿੰਦੇ ਨੇ, ਠੀਕ ਹੈ ਜੀ। ਤਾਂ ਹੀ ਅਸੀਂ ਚਾਹੇ ਬਾਣੀ ਸ਼ਬਦ ਵੀ ਪੜ੍ਹਨੇ ਆ, ਪਰ ਉਹ ਬਾਣੀ ਕਿਹਦੀ ਹੈ ਨਾਲ ਨਾਲ ਮਿਲ ਜਾਂਦਾ। ਜਿਵੇਂ ਆਪ ਜੀ ਨੇ ਪਹਿਲਾਂ ਬਚਨ ਪੜ੍ਹੇ ਨੇ, ਬਾਣੀ ਗੁਰੂ,
ਮਤਲਬ ਗੁਰੂ ਦੀ ਬਾਣੀ ਹੈ। ਬਾਣੀ ਤਾਂ ਹੁਣ ਕੋਈ ਆਮ ਬੰਦਾ ਬੋਲਦਾ, ਤੁਸੀਂ ਕਿਸੇ ਸੰਸਕ੍ਰਿਤ ਹਿੰਦੀ ਵਾਲੇ ਨੂੰ ਪੁੱਛਿਓ, ਉਹ ਕਹਿੰਦਾ ਉਸकी ਬਾਣੀ में बहुत दम है, ਉਹ ਵੀ ਕਹੇਗਾ ਮੇਰੀ ਵੀ ਬਾਣੀ। ਇਸ ਲਈ ਇਹ ਬਾਣੀ ਹੈ, ਪਰ ਇਹ ਗੁਰੂ ਕੀ ਬਾਣੀ ਹੈ, ਗੁਰੂ ਦੀ ਆਵਾਜ਼ ਹੈ, ਗੁਰੂ ਦੀ ਸਾਊਂਡ ਹੈ। ਅਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪੋਥੀਆਂ ਦਾ ਜਿਹੜਾ ਗੁਰਬਾਣੀ ਦਾ ਲਿਖਣ ਸ਼ੁਰੂ ਹੋ ਗਿਆ। ਮੈਂ ਮਾਫੀ ਚਾਹੁੰਦਾ, ਥੋੜ੍ਹਾ ਜਿਹਾ ਆਪਾਂ ਇਹਨੂੰ ਖੋਲ੍ਹਣਾ ਇਸ ਸਮੇਂ 'ਚ ਪਿਛੋਕੜ 'ਚ ਜਾ ਕੇ, ਇਹ ਬਾਣੀ ਅਤੇ ਸ਼ਬਦ ਦਾ ਸਿਧਾਂਤ ਕੀ ਹੈ ਅਤੇ ਸੰਗ੍ਰਹਿ ਕਿੱਦਾਂ ਹੋਇਆ, ਰੁਕੇ ਆਪਾਂ ਆਹਲਾ ਕਲਾਮ ਕਿੱਦਾਂ ਤਿਆਰ ਹੋਇਆ ਮਕਾਮ ਦੇ ਨਾਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਆਪਣੀ ਬਾਣੀ ਹੈ ਜਿਹੜੀ ਉਹ ਆਪ ਲਿਖੀ ਹੈ। ਪਹਿਲਾ ਹੀ ਸਬੂਤ ਮਿਲਦਾ ਇਤਿਹਾਸ ਅੰਦਰ 1475 ਨੂੰ 6 ਸਾਲ ਦੀ ਉਮਰ ਵਿੱਚ, ਜਦੋਂ ਗੁਰੂ ਨਾਨਕ ਸਾਹਿਬ ਜੀ ਉਹ ਬਾਣੀ ਲਿਖਦੇ ਆ ਪਾਂਧੇ ਦੇ ਕੋਲ, ਗੋਪਾਲ ਪਾਂਧੇ ਦੇ ਪਾਠਸ਼ਾਲਾ 'ਚ। ਉਹ ਬਾਣੀ ਦਾ ਨਾਮ ਹੈ ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ। 2 ਸ਼ਬਦ ਤੁਹਾਨੂੰ ਬਾਣੀ 'ਚ ਮਿਲਣਗੇ ਜੀ, ਨਾਲ ਨਾਲ ਆਪਾਂ ਐਕਸਪਲੇਨ ਕਰਦੇ ਜਾਈਏ। ਜਿਹੜੀ ਗੁਰੂ ਨੇ ਬਾਣੀ ਉਚਾਰੀ ਹੈ, ਕੁਝ ਬਾਣੀਆਂ ਐਸੀਆਂ ਨੇ ਜਿਹੜੀਆਂ ਸਿੱਖਾਂ ਨੇ ਲਿਖੀਆਂ, ਗੁਰੂ ਨੇ ਉਚਾਰੀ ਹੈ। ਕੁਝ ਬਾਣੀ ਐਸੀ ਹੈ ਜਿਹੜੀ ਉਚਾਰਨ ਵਾਲੇ ਨੇ ਉਚਾਰੀ ਵੀ ਹੈ ਅਤੇ ਲਿਖੀ ਵੀ ਹੈ। ਤੀਜਾ ਰੂਪ ਹੈ ਉਚਾਰਨ ਵਾਲੇ ਨੇ ਉਚਾਰੀ ਹੈ ਅਤੇ ਸੁਣਾਈ ਹੈ। ਪਹਿਲਾ ਰੂਪ ਤੇ ਬਹੁਤ ਆਏਗਾ ਇਤਿਹਾਸ ਅੰਦਰ, ਆਪਾਂ ਅੱਗੇ ਸਮਝਦੇ ਹਾਂ। ਦੂਜਾ ਰੂਪ ਜਿਹੜੀ ਪੱਟੀ ਲਿਖੀ ਬਾਣੀ ਹੈ, ਗੁਰੂ ਨਾਨਕ ਸਾਹਿਬ ਨੇ ਉਚਾਰੀ ਵੀ ਆਪ ਹੈ ਅਤੇ ਲਿਖੀ ਵੀ ਆਪ ਹੈ। ਤਾਂ ਉੱਥੇ ਸਿਰਲੇਖ ਮਿਲਦਾ ਪੱਟੀ ਲਿਖੀ, ਮਤਲਬ ਫੱਟੀ ਤੇ ਲਿਖੀ। ਜਦੋਂ ਆਖੀ ਦੀ ਗੱਲ ਆਏਗੀ ਉਦੋਂ ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ, ਉਹਨਾਂ ਨੇ ਉਚਾਰੀ ਵੀ ਹੈ ਅਤੇ ਸੰਗਤਾਂ ਵਿੱਚ ਉਹ ਵਾਰ ਸੁਣਾਈ ਵੀ ਹੈ, ਆਖੀ ਵੀ ਹੈ। 3 ਗੱਲਾਂ ਹੋ ਗਈਆਂ। ਹੁਣ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਪਾਂਧੇ ਤੋਂ ਬਾਅਦ, ਮਾਝ ਕੀ ਵਾਰ ਤੁਸੀਂ ਪੜ੍ਹ ਸਕਦੇ ਹੋ, ਜਿਹੜੀ ਇੱਕ ਸਰੇਵੜੇ ਦੇ ਨਾਲ ਸੰਵਾਦ ਹੋਇਆ ਗੁਰੂ ਸਾਹਿਬ ਦਾ, ਉਹ ਪ੍ਰਭੂ ਨਾਲ ਲਵਲੀਨਤਾ ਵਾਲਾ ਸੀ। ਉਹਦੇ ਵਿੱਚ ਜਿੱਥੇ ਜੈਨੀਆਂ ਨੂੰ ਜਾਂ ਉਪਦੇਸ਼ ਹੈ, ਇਹ ਵਾਰ ਹੈ ਜਿਹੜੀ ਇਹ ਲਿਖਤ ਵਿੱਚ ਆਈ ਸੀ। ਮੈਂ ਥੋੜ੍ਹਾ ਸੰਖੇਪ ਕਰਦਿਆਂ ਤੁਹਾਨੂੰ, ਆਪਾਂ ਅੱਗੇ ਲੰਮੇ ਸਮੇਂ ਤੱਕ ਪਹੁੰਚਣਾ, ਉਹਨੂੰ ਆਪਾਂ ਕਲੀਅਰ ਕਰਨਾ ਹੈ। 4 ਸਿੱਖਾਂ ਦੇ ਨਾਮ ਮਿਲਦੇ ਆ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮੌਕੇ ਬਾਣੀ ਲਿਖੀ ਹੈ। ਪਹਿਲਾਂ ਸਭ ਤੋਂ ਜਿਹਨੇ ਜ਼ਿਆਦਾ ਬਾਣੀ ਲਿਖੀ ਉਹਦਾ ਨਾਮ ਹੈ ਭਾਈ ਸੈਦੋ ਕਾਹੂ। ਇਹ ਮਾਝ ਕੀ ਵਾਰ ਗੁਰੂ ਨਾਨਕ ਸਾਹਿਬ ਉਚਾਰਦੇ ਨੇ, ਉਹਨਾਂ ਨੇ ਲਿਖੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਹੁਣ ਸਿੱਧਾਂ ਕੋਲ ਜਾਂਦੇ ਆ, ਠੀਕ ਹੈ ਜੀ, ਜੋਗੀਆਂ ਕੋਲ ਜਾਂਦੇ ਆ, ਈਵਨ ਕਿ ਆਪਾਂ ਵੇਖਦੇ ਹਾਂ ਮੱਕੇ ਮਦੀਨੇ ਜਾਂਦੇ ਆ। ਮਦੀਨੇ ਦੀ ਗੋਸ਼ਟ ਹੈ, ਪਰ ਮੱਕੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਉਹਨਾਂ ਦੀ ਆਪਾਂ ਨੂੰ ਲਿਖਤ 'ਚੋਂ ਹਵਾਲਾ ਮਿਲਦਾ। ਇਹਦਾ ਮਤਲਬ ਉਦੋਂ ਗੁਰੂ ਸਾਹਿਬ ਲਿਖਦੇ ਰਹੇ ਜਾਂ ਸਿੱਖ ਲਿਖਦੇ ਆ, ਜਾਂ ਕੁਝ ਅੱਗੇ ਉਤਾਰੇ ਵੀ ਹੁੰਦੇ। ਭਾਈ ਸੈਦੋ ਕਾਹੂ, ਭਾਈ ਹੰਸੂ, ਭਾਈ ਲੁਹਾਰ 3 ਹੋ ਗਏ, ਅਤੇ ਚੌਥੇ ਸਨ ਭਾਈ ਮਨਸੁਖ, ਜਿਹੜੇ ਬਹੁਤ ਵੱਡੇ ਵਪਾਰੀ ਸਨ। ਉਹਨਾਂ ਨੇ ਵੀ ਕਾਫੀ ਬਾਣੀ ਦੇ ਉਤਾਰੇ ਕੀਤੇ। ਕੁਝ ਮੂਲ ਰੂਪ ਲਿਖਿਆ ਸਿੱਖਾਂ ਨੇ, ਜਿਹਦੇ ਜਦ ਸੈਦੋ ਕਾਹੂ ਨੇ ਲਿਖਿਆ। ਜੋ ਗੁਰੂ ਨਾਨਕ ਸਾਹਿਬ ਕੋਲ ਪੋਥੀਆਂ ਹੁੰਦੀਆਂ ਸੀ ਉਹ ਸਿੱਖਾਂ ਕੋਲ ਪਹੁੰਚਣੀਆਂ ਸੀ ਨਾ। ਹੁਣ ਜਿਹੜੀ ਗੁਰੂ ਨਾਨਕ ਦੀ ਬਾਣੀ ਹੈ ਉਹ ਸਿੱਖਾਂ ਤੱਕ ਤਾਂ ਪਹੁੰਚਣੀ ਸੀ, ਉਹਦੇ ਅੱਗੇ ਲਿਖਤਾਂ ਦੇ ਉਤਾਰੇ ਹੁੰਦੇ ਜਾਂਦੇ। ਇਹ ਸਿੱਖ ਫਿਰ ਉਤਾਰੇ ਕਰਦੇ ਸਨ, ਉਤਾਰੇ ਕਰਕੇ ਸੰਗਤ ਤੱਕ ਪਹੁੰਚਾਉਂਦੇ ਸਨ। ਜਿਹੜੀ ਮੂਲ ਪੋਥੀ ਸੀ ਉਹ ਗੁਰੂ ਨਾਨਕ ਸਾਹਿਬ ਆਪਣੇ ਕੋਲ ਰੱਖਦੇ ਸਨ, ਜੋ ਆਪਣੀ ਬਾਣੀ। ਔਰ ਸਭ ਤੋਂ ਜ਼ਿਆਦਾ ਭਗਤ ਬਾਣੀ ਵੀ ਇਕੱਤਰ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਦੀ ਗੱਦੀ 'ਤੇ 11ਵੇਂ ਵਾਰਸ ਸ਼ੇਖ ਬ੍ਰਹਮ, ਉਹਨਾਂ ਦੇ ਕੋਲੋਂ ਇਹ ਬਾਣੀ ਮਿਲੀ ਸੀ। ਬਾਬਾ ਫਰੀਦ ਸ਼ੇਖ ਬ੍ਰਹਮ ਉਹ 11ਵੇਂ ਵਾਰਸ, ਠੀਕ ਹੈ, ਗੱਦੀ ਤੋਂ ਉੱਥੋਂ ਦੇ ਮਾਲਕ, ਉਹਨਾਂ ਕੋਲੋਂ ਬਾਣੀ। ਪਹਿਲੀ ਗੱਲ ਵੇਖੋ, ਮੈਂ ਤਾਂ ਇਹ ਥੋੜ੍ਹਾ ਜਿਹਾ ਆਪਾਂ ਪਿਛੋਕੜ ਲਿਆ, ਆਪਾਂ ਇੱਥੇ ਹੀ ਲਿਆ ਕੇ ਸਮਾਪਤੀ ਕਰਾਂਗੇ ਇਸ ਗੱਲ ਦੀ ਪਹਿਲੇ ਪ੍ਰਕਾਸ਼ ਦੀ, ਵੀ ਅੱਜ ਸਾਡੇ ਕੋਲ ਸਾਰੀ ਬਾਣੀ ਇਕੱਤਰ ਹੈ। ਸਾਨੂੰ ਕੋਈ ਵੱਖਰੀਆਂ ਵੱਖਰੀਆਂ ਪੋਥੀਆਂ ਨਹੀਂ ਫਰੋਲਣੀਆਂ ਪੈਂਦੀਆਂ, ਕਿਸੇ ਕੋਲ ਜਾਣਾ ਨਹੀਂ ਪੈਂਦਾ, ਫਿਰ ਵੀ ਅਸੀਂ ਬਾਣੀ ਨਹੀਂ ਪੜ੍ਹ ਪਾਉਂਦੇ। ਗੁਰੂ ਨਾਨਕ ਸਾਹਿਬ ਜੇ ਕੋਈ ਨਹੀਂ ਪੋਥੀ ਦਿੰਦਾ ਸੀ ਨਾ ਜੀ ਮੂਲ ਰੂਪ 'ਚ, ਆਪ ਉਹ ਪੋਥੀ ਦਾ ਉੱਥੋਂ ਉਤਾਰਾ ਕਰਕੇ ਲਿਆਉਂਦੇ ਸੀ। ਹੁਣ ਜਿਵੇਂ ਬਾਬਾ ਫਰੀਦ ਸਾਹਿਬ ਜੀ, ਉਹ ਬਾਣੀ ਮਿਲੀ ਨਹੀਂ ਪੋਥੀ ਤੋਂ ਉਤਾਰਾ ਕਰਕੇ ਲਿਆ, ਅੱਗੇ ਸਿੱਖਾਂ ਨੇ ਉਤਾਰਾ ਕੀਤਾ। ਭਗਤ ਜੈਦੇਵ ਸਾਹਿਬ, ਉਹਨਾਂ ਦਾ ਵੀ ਉਤਾਰਾ ਕਰਕੇ ਲਿਆਂਦਾ। ਫਿਰ ਨਾਮਦੇਵ ਸਾਹਿਬ, ਠੀਕ ਹੈ ਜੀ, ਇਹ ਸਾਰਾ ਤੁਹਾਨੂੰ ਮਿਲੇ। ਭਗਤ ਧੰਨਾ ਜੀ, ਉਹਨਾਂ ਦੇ ਵੀ 3 ਸ਼ਬਦ ਗੁਰੂ ਨਾਨਕ ਸਾਹਿਬ ਲੈ ਕੇ ਆਏ। ਸੂਰਦਾਸ ਜੀ ਦਾ ਵੀ ਉਹ ਸ਼ਬਦ ਲਿਆਂਦਾ। ਇੱਦਾਂ ਖੈਰ ਭਗਤ ਬਾਣੀ ਵੀ ਇਕੱਤਰ ਹੋਈ। ਹੁਣ ਜਿਹੜੀਆਂ ਪੋਥੀਆਂ ਬਣਦੀਆਂ ਗਈਆਂ, ਅਤੇ ਜਦੋਂ ਸਤਿਗੁਰੂ ਮੱਕੇ ਜਾਂਦੇ ਨੇ, ਇਹ ਉਹ ਪੋਥੀ ਦਾ ਨਾਮ ਭਾਈ ਗੁਰਦਾਸ ਜੀ ਕਹਿੰਦੇ ਆਸ਼ਾ ਹੱਥ ਕਿਤਾਬ ਕਸ਼। ਆਸਾ ਆਪਾਂ ਸੋਟੀ ਖੂੰਡੇ ਨੂੰ ਕਹਿ ਸਕਦੇ ਹਾਂ, ਅਤੇ ਨਾਲ ਮਤਲਬ ਜਿਹੜੀ ਉਹਨਾਂ ਦੇ ਕੋਲ, ਜਿਹਨੂੰ ਅੱਜ ਨਿਹੰਗ ਸਿੰਘ ਖਜ਼ਾਨਾ ਕਹਿ ਦਿੰਦੇ, ਜਿਵੇਂ ਸ੍ਰੀ ਸਾਹਿਬ ਪਾਈ ਉਹਨਾਂ ਦੇ ਪਾਸੇ ਤੁਸੀਂ ਝੋਲਾ ਪਾਇਆ ਵੇਖਿਆ ਹੁਣ, ਉਹਦਾ ਮੂਲ ਰੂਪ ਹੈ ਖਜ਼ਾਨਾ। ਸਿੱਖ ਸਭ ਤੋਂ ਵੱਡਾ ਖਜ਼ਾਨਾ ਬਾਣੀ ਨੂੰ ਮੰਨਦਾ ਸੀ, ਪੈਸਾ ਜਾਂ ਪਦਾਰਥ ਨੂੰ ਨਹੀਂ। ਇਸ ਕਰਕੇ ਫਿਰ ਉਹ ਪੋਥੀ ਗੁਰੂ ਨਾਨਕ ਸਾਹਿਬ ਕੋਲ, ਅਤੇ ਜਦੋਂ ਮੱਕੇ ਜਾਂਦੇ ਭਾਈ ਗੁਰਦਾਸ ਜੀ ਕਹਿੰਦੇ ਨਾ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਤੇਰੇ ਕੋਲ ਜਿਹੜੀ ਪੋਥੀ ਹੈ
ਕਿਉਂਕਿ ਕਿਤਾਬ ਸ਼ਬਦ ਇਸਲਾਮ ਵਿੱਚ ਧਾਰਮਿਕ ਗ੍ਰੰਥ ਲਈ ਵੀ ਵਰਤਿਆ ਜਾਂਦਾ। ਹੁਣ ਇੱਥੋਂ ਸਬੂਤ ਹੋ ਗਿਆ ਵੀ ਬਾਣੀ ਲਿਖੀ ਦੀ ਵੀ ਰਹੀ, ਉਤਾਰੇ ਵੀ ਹੁੰਦੇ ਰਹੇ, ਜਿਹੜੀ ਆਪਾਂ ਗੱਲ ਤੇ ਆਉਣਾ ਚਾਹੁੰਦੇ, ਅਤੇ ਨਾਲ ਗੁਰੂ ਨਾਨਕ ਸਾਹਿਬ ਦੇ ਕੋਲ ਵੀ ਰਹੀ। ਔਰ ਇਹ ਸ਼ਬਦ ਵਿੱਚ ਇੰਨੀ ਤਾਕਤ ਸੀ, ਭਾਵ ਜੋ ਗੁਰੂ ਦੇ ਮੁਖ ਤੋਂ ਗੁਰਬਾਣੀ ਉਚਾਰੀ ਹੈ ਉਹ ਜਦੋਂ ਲਿਖਤ ਰੂਪ ਹੋ ਜਾਂਦੀ ਹੈ ਨਾ, ਹੁਣ ਲਿਖਤ ਰੂਪ ਵੇਖੋ ਤੁਸੀਂ, ਅੱਜ ਦਾ ਜਿਹੜਾ ਸੰਵਾਦ ਹੈ ਨਾ ਸਾਡਾ ਉਹ ਨਹੀਂ ਰਿਹਾ, ਅੱਗੇ ਜੇਕਰ ਆਪਾਂ ਸ਼ਾਇਦ ਕਰ ਸਕੀਏ। ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜੀ ਪੋਥੀ ਹੈ, ਜਦੋਂ ਸਿੱਧ ਗੱਲ ਕਰਦੇ ਨੇ ਤੇ ਸਤਿਗੁਰੂ ਆਪਣੇ ਸ਼ਬਦ ਦੁਆਰਾ ਸਮਝਾਉਂਦੇ ਨੇ, ਬਾਣੀ ਦੁਆਰਾ ਸਮਝਾਉਂਦੇ ਨੇ, ਅਤੇ ਭਾਈ ਗੁਰਦਾਸ ਜੀ ਕਹਿੰਦੇ ਬਾਬੇ ਕੋਲ ਐਸਾ ਸ਼ਾਸਤਰ ਹੈ ਜਿਹਦੇ ਨਾਲ ਉਹਨੇ ਸਿੱਧ ਜਿੱਤ ਲਏ। ਸਿੱਧਾਂ ਦੀਆਂ ਮੰਡਲੀਆਂ ਨੇ, ਇੱਕ ਮੰਡਲੀ ਵਿੱਚ 20 ਤੋਂ ਉੱਪਰ ਮਤਲਬ ਸਿੱਧ ਹੁੰਦੇ ਸਨ, ਉਹਨਾਂ ਦੇ ਅੱਗੇ ਜੋਗੀਆਂ ਵਾਂਗੂ ਪੰਥ ਸਨ, ਆਈ ਪੰਥ ਹੈ, ਜੁਗਤ ਪੰਥ, ਇੱਦਾਂ, ਅਤੇ ਉਹਨਾਂ ਨੂੰ ਜਿੱਤਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸਾਪਣਾ ਪੰਥ ਨਿਰਾਲਾ। ਠੀਕ ਹੈ ਜੀ। ਜੇ ਉਹਨਾਂ ਨੇ ਪੁੱਛਿਆ ਤੇਰੇ ਕੋਲ ਤਾਕਤ ਕਿਹੜੀ ਹੈ, ਨਾਲ ਆਪਾਂ ਸ਼ਬਦ ਬਾਣੀ ਦੀ ਆਪਾਂ ਨੂੰ ਸਮਰੱਥਾ ਜਾਂ ਬਖਸ਼ਿਸ਼ ਦਾ ਪਤਾ ਲੱਗੇ, ਅਤੇ ਗੁਰੂ ਸਾਹਿਬ ਇਹ ਗੱਲ ਕਹਿੰਦੇ ਵੀ ਸਤ ਸੰਗਤ ਅਤੇ ਬਾਣੀ ਤੋਂ ਬਿਨਾਂ ਕੋਈ ਦੂਜੀ ਓਟ ਨਹੀਂ ਮੈਨੂੰ। ਜਦੋਂ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਇਕੱਤਰ ਹੋ ਗਈ, ਜਿਹੜੀ ਲਿਖਦੇ ਰਹੇ ਨਾਲ, ਅਤੇ ਕਰਤਾਰਪੁਰ ਮੰਜੀ ਬੈਠ ਕੀ ਅਵਤਾਰਾ, ਇੱਥੇ ਆ ਕੇ ਫਿਰ ਜਪਜੀ ਸਾਹਿਬ ਡਿਫਰੈਂਟ ਥਾਵਾਂ 'ਤੇ ਉਚਾਰੀ ਹੋਈ, ਚੇਤੇ ਰੱਖਣ ਵਾਲੀ ਗੱਲ, ਇਹ ਇੱਥੇ ਆ ਕੇ ਇਕੱਤਰ ਹੋ ਗਈ। ਹੁਣ ਜਿਹੜੀ ਗੁਰਬਾਣੀ ਦੀਆਂ ਪੋਥੀਆਂ ਨੇ ਉਹ ਜਿੱਥੇ ਜਿੱਥੇ ਸਿੱਖ ਗਏ, ਹੁਣ ਭਾਈ ਮਨਸੁਖ ਸਿੰਗਲਾ ਦੀਪ ਵੀ ਗਿਆ, ਕਿਉਂਕਿ ਉੱਥੇ ਜਿਹੜਾ ਆਏਗਾ ਪੁਰਾਣਾ ਸੰਗਲੀ ਉੱਥੋਂ ਮੰਗਾਈ ਗਈ ਸੀ, ਉਹ ਵੀ ਲਿਖਤ ਰੂਪ 'ਚ ਇੱਕ ਪੋਥੀ ਦੇ ਰੂਪ ਸੀ। ਅਤੇ ਇਹ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਾਰੀ ਬਾਣੀ ਉਹ ਗੁਰੂ ਅੰਗਦ ਦੇਵ ਸਾਹਿਬ ਦੇ ਸਪੁਰਦ ਕਰ ਦਿੱਤੀ 1539 ਵਿੱਚ, ਜਦੋਂ ਗੁਰੂ ਅੰਗਦ ਦੇਵ ਸਾਹਿਬ ਬਣ ਗਏ। ਹੁਣ ਗੁਰੂ ਨਾਨਕ ਸਾਹਿਬ ਦੀ ਸਾਰੀ ਉਹ ਬਾਣੀ ਗੁਰੂ ਅੰਗਦ ਦੇਵ ਸਾਹਿਬ ਕੋਲ ਵੀ ਹੈ। ਅਗਲੀ ਗੱਲ ਜਿਹੜੀ ਮੈਂ ਨਾਲ ਜ਼ਰੂਰ ਤੁਹਾਡੇ ਨਾਲ ਕਰਨੀ ਹੈ, ਇਹ ਤੋਂ ਪਹਿਲਾਂ ਸਮਾਂ ਸੀ ਸ਼ਾਹਮੁਖੀ ਗੁਰਮੁਖੀ ਦਾ, ਸ਼ਾਹਮੁਖੀ ਪੰਜਾਬੀ ਦਾ ਕਹਿ ਲਓ, ਉਹਦਾ ਕੀ ਫਰਕ ਹੈ? ਤੁਸੀਂ ਪੱਟੀ ਲਿਖੀ ਬਾਣੀ ਪੜ੍ਹੋ ਅਤੇ ਸੱਸੇ ਤੋਂ ਸ਼ੁਰੂ ਹੁੰਦੀ ਹੈ, ਜਗ ਸਹਿਜ ਪਾਇਆ, ਹਾਂ, ਸੱਸਾ ਸੋਏ ਸ੍ਰੇਸ਼ਟ ਜਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹਿ ਜਿਤ ਜਨ ਕਾ ਲੱਗਾ, ਆਇਆ ਤਨ ਕਾ ਸਫਲ ਭਇਆ, ਮਨ ਕਾਹੇ ਭੂਲੇ ਮੂੜ ਮਨਾ। ਇਹਦੇ ਵਿੱਚ ਤੁਸੀਂ ਖੀਰ ਦੀ ਜਿਹੜੀ ਸੰਪਣਤਾ ਹੈ 35 ਅੱਖਰ ਮਿਲਣਗੇ ਤੁਹਾਨੂੰ। ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਸੰਪਣਤਾ ਹੈ ਉਹ ਕਿੱਥੇ ਜਾ ਕੇ ਬਣਦੀ, ਉਹ ਐੜੇ 'ਤੇ ਬਣਦੀ, ਤੁਸੀਂ ਪੜ੍ਹ ਸਕਦੇ ਬਾਣੀ। ਇਹ ਸ਼ਾਹਮੁਖੀ ਲਿਪੀ ਸੀ। ਠੀਕ ਹੈ ਜੀ। ਗੁਰੂ ਅੰਗਦ ਦੇਵ ਸਾਹਿਬ 'ਤੇ ਐਂ ਥੋੜ੍ਹਾ ਤਾਂ ਬੈਕਗਰਾਊਂਡ ਗਏ ਆਪਾਂ, ਉਦੋਂ 34 ਅੱਖਰ ਹੁੰਦੇ ਸੀ ਪੰਜਾਬੀ ਦੇ। ਆਪਾਂ ਅੱਜ ਭਾਸ਼ਾ ਦੀ ਗੱਲ ਨਹੀਂ ਕਰਨੀ, ਕਦੇ ਕਰਾਂਗੇ। ਪੰਜਾਬੀ ਭਾਸ਼ਾ ਕੀ, ਵੈਸੇ ਤਾਂ ਅਸੀਂ ਹੋਰ ਤਰ੍ਹਾਂ ਕੀਨੇ ਨੂੰ ਪੇਸ਼ ਕਰਦੇ ਹਾਂ। ਉਦੋਂ 34 ਅੱਖਰ ਹੁੰਦੇ ਸੀ ਸ਼ਾਹਮੁਖੀ ਲਿਪੀ 'ਚ। ਅੜਾੜਾ ਜਿਹੜਾ ਅੱਖਰ ਹੈ ਇਹ ਗੁਰੂ ਨਾਨਕ ਸਾਹਿਬ ਨੇ ਬਣਾਇਆ, ਇਹ ਵੀ ਚੇਤੇ ਰੱਖਿਓ। ਪਹਿਲਾਂ ਪੰਜਾਬੀ ਵਿੱਚ ਮਤਲਬ ਪੰਜਾਬੀ ਬਾਬਾ ਫਰੀਦ ਸਾਹਿਬ ਦੇ ਸਮੇਂ ਤੋਂ ਆਉਂਦੀ ਹੈ ਕਿ ਕਿੰਨੀ ਅੜਾੜਾ ਅੱਖਰ ਨਹੀਂ ਸੀ, ਸ਼ਬਦ ਅੱਖਰਾਂ ਦਾ ਜੋੜ ਅੱਖਰ ਨਹੀਂ ਸੀ ਅੜਾੜਾ, ਇਹ ਗੁਰੂ ਨਾਨਕ ਸਾਹਿਬ ਨੇ ਬਣਾਇਆ। ਅਤੇ 35 ਹੁਣ ਇਹਦੇ ਨਾਲ ਆਪਾਂ ਇਹ ਵੀ ਸੰਗਤ ਨੂੰ ਬੇਨਤੀ ਕਰਨੀ ਹੈ ਵੀ ਅਸੀਂ ਕਹਿੰਦੇ ਊੜੇ ਆੜੇ ਦੇ ਵੱਖਰੇ ਵੱਖਰੇ ਅਸੀਂ ਅਰਥ ਬਣਾ ਲਏ। ਜੇ ਅਸੀਂ ਊੜੇ ਆੜੇ ਦੇ ਅਰਥ ਪੜ੍ਹਨੇ ਤਾਂ ਬਸ ਪੱਟੀ ਲਿਖੀ ਪੜ੍ਹ ਲਓ, ਨਾਲੇ ਗੁਰਮਤਿ ਨਾਲੇ ਪ੍ਰਭੂ ਦੇ ਜੋੜਨ ਵਾਲੀ ਗੱਲ। ਜਦੋਂ ਹੁਣ ਗੁਰੂ ਅੰਗਦ ਦੇਵ ਸਾਹਿਬ ਦਾ ਸਮਾਂ ਆ ਜਾਂਦਾ, ਅਸੀਂ ਇੱਕ ਗੱਲ ਕਹਿੰਦੇ ਵੀ ਲਿਪੀ ਬਣਾਈ, ਜਿਹੜੀ ਅਸਲ ਵਿੱਚ ਨਾ ਜੀ ਸਾਡਾ ਸੁਭਾਅ ਜਿੱਦਾਂ ਨੇ ਇੱਕ ਨੇ ਕਹਿ ਤਾ ਉੱਦਾਂ ਫਿਰ ਸਾਰੇ ਉਹ ਚੱਲਦਾ ਰਹਿੰਦਾ, ਉਹਦੇ ਅਸੀਂ ਡੂੰਘਾਈ 'ਚ ਡੀਪਲੀ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਜੇ ਸਾਨੂੰ ਕੱਲ੍ਹ ਨੂੰ ਕਹੋਗੇ ਪੰਜਾਬੀ ਤੇ ਬਾਬਾ ਫਰੀਦ ਸਾਹਿਬ ਤੋਂ ਵੀ ਪੁਰਾਣੀ, ਬਾਬਾ ਫਰੀਦ ਸਾਹਿਬ ਸੂਫੀਆਨਾਂ ਦੇ ਸਥਾਪਨਾ ਕਰਨ ਵਾਲੇ ਨੇ, ਪੰਜਾਬੀ ਉਹ ਤੋਂ ਵੀ ਪਿੱਛੇ ਪੁਰਾਣੀ। ਠੀਕ ਹੈ ਜੀ। ਗੁਰੂ ਅੰਗਦ ਦੇਵ ਸਾਹਿਬ ਨੇ ਸ਼ਾਹਮੁਖੀ ਲਿਪੀ ਨੂੰ ਗੁਰਮੁਖੀ ਲਿਪੀ ਬਣਾਇਆ। ਇਹਦੀ ਜਿਹੜੀ ਆਪਾਂ ਕਹਿ ਲਈਏ ਇਹਦਾ ਜਿਹੜਾ ਢਾਂਚਾ ਹੈ ਉਹ ਤਿਆਰ ਕੀਤਾ, ਉਹਨੂੰ ਇੱਕ ਨਵਾਂ ਰੂਪ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਨੇ ਇਹ ਲਿਪੀ ਬਣਾਈ ਊੜੇ ਤੋਂ ਸ਼ੁਰੂ ਕਰਨ ਵਾਲੀ। ਇਹਨੂੰ ਇੱਕ ਤਰੀਕੇ ਨਾਲ ਉਹ ਕਦੇ ਵੱਖਰੀ ਗੱਲ ਹੈ, ਉਚਾਰਨ ਸੌਖਾ ਹੁੰਦਾ। ਤੁਸੀਂ ਸੱਸੇ ਤੋਂ ਸ਼ੁਰੂ ਕਰਿਓ, ਉਹ ਇੱਕ ਉਸ ਰੂਪ 'ਚ ਨਹੀਂ ਆਉਂਦੀ ਜਿਹਨੂੰ ਆਪਾਂ ਸਵਰ ਕਹਿ ਸਕਦੇ ਹਾਂ, ਜਾਂ ਸੁਰ ਇੱਕ ਤਰੀਕੇ ਨਾਲ ਬਣੇ ਜਿਵੇਂ ਸਾ ਰੇ ਗਾ ਮਾ ਪਾ। ਜੇ ਹੁਣ ਗਾ ਮੂਹਰੇ ਲਾ ਕੇ ਅਤੇ ਸਾ ਪਿੱਛੇ ਲਾਈਏ, ਤੁਸੀਂ ਵੇਖਿਓ ਗੱਲ ਹੋਰ ਬਣੀ। ਉਹ ਇਹ ਗੁਰੂ ਅੰਗਦ ਦੇਵ ਸਾਹਿਬ ਨੇ ਕਿਰਪਾ ਕੀਤੀ। ਨਾਲ ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਕੇਵਲ 63 ਸ਼ਲੋਕ ਨੇ, ਕੁਝ 62 ਵੀ ਮੰਨਦੇ ਨੇ ਬਾਣੀ ਅੰਦਰ, ਉਹਨਾਂ ਦਾ ਕੋਈ ਹੋਰ ਸ਼ਬਦ ਜਾਂ ਆਪਣਾ ਇੱਦਾਂ ਨਹੀਂ ਹੈ, ਕੇਵਲ ਸ਼ਲੋਕ ਨੇ, ਉਹ ਵੀ ਵਿੱਚ ਦਰਜ ਹੋ ਗਏ। ਹੁਣ ਤੁਸੀਂ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਦੀਆਂ ਪੋਥੀਆਂ ਨੇ, ਭਗਤਾਂ ਦੀਆਂ ਵੱਖਰੀਆਂ ਵੱਖਰੀਆਂ ਪੋਥੀਆਂ ਨੇ, ਉਹ ਤਾਰੇ ਅੱਗੇ ਹੁੰਦੇ ਜਾਂਦੇ ਆ। ਗੁਰੂ ਅੰਗਦ ਦੇਵ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੀ ਵੀ ਪੋਥੀ ਤਿਆਰ ਹੋ ਗਈ। ਇੱਥੇ ਤੁਹਾਨੂੰ ਇੱਕ ਉਦਾਹਰਨ ਜ਼ਰੂਰ ਦਿਆਂ। ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਮਿਲੀ, ਸਾਡਾ ਇੱਕ ਸਭ ਤੋਂ ਪੁਰਾਤਨ ਅਤੇ ਇੱਕ ਸਰੋਤ ਹੈ ਜਿਹੜਾ ਹਰੇਕ ਸਿੱਖ ਨੂੰ ਪੜ੍ਹਨਾ ਚਾਹੀਦਾ, ਪ੍ਰਚਾਰਕ ਦੀ ਗੱਲ ਤੇ ਛੱਡੋ, ਉਹ ਹੈ ਬੰਸਾਵਲੀ ਨਾਮਾ, ਕੇਸਰ ਸਿੰਘ ਜੀ ਛਿੱਬਰ ਦਾ ਲਿਖਿਆ ਹੋਇਆ। 1773 ਵਿੱਚ ਸੰਪਨ ਹੋਇਆ ਸੀ ਲਿਖ ਕੇ। ਪੂਰੇ ਗੁਰੂ ਸਾਹਿਬ ਦੀ ਬੰਸਾਵਲੀ ਵੀ ਉਹਦੇ 'ਚ,
ਉਹਦੇ ਵਿੱਚ ਹਰੇਕ ਗੱਲ ਦਾ ਜ਼ਿਕਰ ਹੈ। ਉਹਦੇ ਅੰਦਰ ਲਿਖਿਆ ਮਿਲਦਾ ਸੋ ਪੋਥੀ ਜ਼ੁਬਾਨੇ ਗੁਰੂ ਅੰਗਦ ਜੋਗ ਮਿਲੀ, ਵੀ ਭਾਵ ਗੁਰੂ ਨਾਨਕ ਸਾਹਿਬ ਦੀ ਜ਼ੁਬਾਨੇ ਕਹਿਣ 'ਤੇ ਉਹ ਪੋਥੀ ਗੁਰੂ ਅੰਗਦ ਦੇਵ ਸਾਹਿਬ ਨੂੰ ਮਿਲ ਗਈਆਂ ਬਾਣੀ ਦੀ। ਹੁਣ ਉਹਦੇ ਅੰਦਰ ਹੀ ਗੁਰੂ ਅੰਗਦ ਦੇਵ ਸਾਹਿਬ ਦੀ ਬਾਣੀ ਦਰਜ ਹੋ ਗਈ। ਉਹ ਫਿਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਦੇ ਸਪੁਰਦ ਕਰਤੀ, ਬਾਣੀ ਅੱਗੇ ਚੱਲੀ। ਜਦੋਂ ਗੁਰੂ ਅਮਰਦਾਸ ਸਾਹਿਬ ਦਾ ਸਮਾਂ ਆਇਆ, 71 ਸਾਲ ਉਮਰ ਹੈ ਗੁਰੂ ਅਮਰਦਾਸ ਸਾਹਿਬ ਦੀ ਗੁਰਤਾ ਗੱਦੀ 'ਤੇ ਬੈਠਣ ਸਮੇਂ। ਕੋਈ ਇਤਿਹਾਸਕਾਰ 70 ਕਹਿੰਦਾ, ਕੋਈ 72 ਕਹਿੰਦਾ, ਗੁਰੂ ਗ੍ਰੰਥ ਸਾਹਿਬ ਜੀ 71 ਕਹਿੰਦੇ। ਉਹਦੇ ਅੰਦਰ ਆਪਾਂ ਪੜ੍ਹ ਸਕਦੇ, ਉਹਦੇ ਐਂ ਪੂਰਾ ਆਪਾਂ ਨੂੰ ਮਿਲੇਗਾ 30 1 ਅਰ 5 ਸਿੱਧ 35 ਸਨਾਖੀ ਨੂੰ। ਇਹ ਭੱਟਾਂ ਦੇ ਸਵਈਆਂ 'ਚ ਇੱਕ ਪੰਗਤੀ ਹੈ। ਇਹਨਾਂ ਨੂੰ ਤੁਸੀਂ ਇਹਦਾ ਆਪਾਂ ਜੋੜ ਕਰ ਲਓ, 30 1 31 ਹੋ ਗਏ, 5 ਸਿੱਧ 36 ਹੋ ਗਏ, 35 ਸਨਾਖੀ ਨੂੰ 36 ਤੇ 35 71 ਹੋ ਗਏ। ਇਹ ਬੜਾ ਵੱਡਾ ਆਪਾਂ ਅੱਗੇ ਵੀ ਬੜੀ ਵਾਰ ਗੱਲ ਕੀਤੀ ਹੈ। ਗੁਰਬਾਣੀ ਹਾਂ ਅਸਲ ਵਿੱਚ ਕੀ ਆ, 30 1 ਅਰ 5 ਸਿੱਧ 35 ਸਨਾਖੀ ਨੂੰ ਨਵੀਨ ਬੰਦਿਆਂ ਨੇ ਇਹਦੇ ਅਰਥ ਵੀ ਕਰਤੇ, ਜਿੱਦਾਂ ਅਗਿਆਨ ਕਰਮ ਇੰਦਰੀਆਂ ਤੇ ਜਾਣੀ ਖਿੱਚ ਧੂ ਕੇ ਅਰਥ ਕੀਤੇ। ਪਰ ਅਸਲ ਵਿੱਚ ਭੱਟ ਸਾਹਿਬਾਨ ਸਮਝਾਉਣਾ ਚਾਹੁੰਦੇ ਨੇ ਉਹ ਸ਼ਬਦ ਸਵਈਏ ਦਾ ਪ੍ਰਕਰਨ ਆ ਵੀ ਤੁਸੀਂ ਇੱਕ ਨਾਲ ਜੁੜੇ ਸੀ ਅਤੇ 71 ਸਾਲਾਂ ਦੀ ਉਮਰ 'ਚ ਜਾ ਕੇ ਵੀ ਤੁਹਾਡੀ ਸ਼ਕਤੀ ਖੀਨ ਨਹੀਂ ਹੋਈ। 30 1 ਅਰ 5 ਸਿੱਧ 35 ਸਨਾਖੀ ਨੂੰ, ਇਹ ਪੰਜੇ ਗਿਆਨ ਕਰਮ ਇੰਦਰੇ ਸਾਰਾ ਕੁਝ 71 ਸਾਲ ਦੀ ਉਮਰ ਜਾ ਕੇ ਵੀ ਉੱਦਾਂ ਦੇ ਉੱਦਾਂ ਹੀ ਨੇ, ਗੁਰਤਾ ਗੱਦੀ 'ਤੇ ਬੈਠ ਗਏ। 24 ਸਾਲ ਦੇ ਕਰੀਬ ਸਮਾਂ ਗੁਰੂ ਸਾਹਿਬ ਗੁਰਤਾ ਗੱਦੀ 'ਤੇ ਰਹੇ ਗੁਰੂ ਅਮਰਦਾਸ ਸਾਹਿਬ। 95 ਸਾਲ ਦੀ ਲਾਸਟ ਵਿੱਚ ਜਾ ਕੇ ਉਹਨਾਂ ਦੀ ਜੋਤੀ ਜੋਤ ਸਮਾਉਂਦੇ ਨੇ। ਹੁਣ ਇੰਨੇ ਟਾਈਮ 'ਚ ਸਭ ਤੋਂ ਵੱਧ ਜਿਹੜੀ ਬਾਣੀ ਲਿਖੀ ਗਈ ਨਾ ਜੀ, ਹੁਣ ਧਿਆਨ ਦੇਣ ਵਾਲੀ ਗੱਲ ਆ ਸੰਗਤ ਦੇ, ਗੁਰੂ ਅਮਰਦਾਸ ਸਾਹਿਬ ਦੀਆਂ 2 ਪੀੜ੍ਹੀਆਂ ਚੱਲਦੀਆਂ। ਇੱਕ ਪੁੱਤਰ ਹੈ ਬਾਬਾ ਮੋਹਰੀ ਜੀ, ਇੱਕ ਮੋਹਨ ਜੀ। ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ, ਉਹਨਾਂ ਦੇ ਪੁੱਤਰ ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਰਾਮਕਲੀ ਸੱਤ ਬਾਣੀ ਲਿਖੀ ਹੈ। ਦੂਜੇ ਪੁੱਤਰ ਨੇ ਬਾਬਾ ਮੋਹਨ ਜੀ। ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ, ਉਹਦਾ ਨਾਮ ਸਹੰਸ ਰਾਮ। ਕੁਝ ਇਤਿਹਾਸਕਾਰਾਂ ਨੇ ਸੰਸ ਰਾਮ ਵੀ ਲਿਖਿਆ, ਜਿੱਦਾਂ ਹਾਹੇ ਨੂੰ ਛੱਡ ਕੇ ਸੰਸ ਰਾਮ, ਸਹੰਸ ਰਾਮ ਸੀ ਨਾਮ। ਦੋਵੇਂ ਪ੍ਰਚਲਿਤ ਨੇ, ਦੋਵੇਂ ਠੀਕ ਨੇ। ਉਹਨਾਂ ਨੇ ਸਭ ਤੋਂ ਵੱਧ ਬਾਣੀ ਦੇ ਉਤਾਰੇ ਕੀਤੇ। ਜਿੰਨੀਆਂ ਪੋਥੀਆਂ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਤੱਕ ਆਈਆਂ, ਉਹਨਾਂ ਦੇ ਵੀ ਉਤਾਰੇ ਕੀਤੇ। ਜਿਹੜੀ ਗੁਰੂ ਅਮਰਦਾਸ ਸਾਹਿਬ ਨੇ ਬਾਣੀ ਲਿਖੀ, ਇੰਨੇ ਕੁ ਵੀ ਆਪਾਂ ਡਿਟੇਲ ਦਿੰਦੇ ਜਾਈਏ ਕਿ 19 ਰਾਗਾਂ 'ਚ ਗੁਰੂ ਨਾਨਕ ਸਾਹਿਬ ਦੇ ਲਗਭਗ 958 ਸ਼ਬਦ ਨੇ। ਗੁਰੂ ਅੰਗਦ ਦੇਵ ਸਾਹਿਬ ਦੇ 63 ਸਲੋਕ ਹੋ ਗਏ। ਗੁਰੂ ਅਮਰਦਾਸ ਸਾਹਿਬ ਦੇ ਲਗਭਗ 800 ਤੇ 43 ਤੋਂ 46 ਸ਼ਬਦ ਵਿਦਵਾਨ ਮੰਨਦੇ ਨੇ। ਉਹ 17 ਰਾਗਾਂ 'ਚ। ਉਹ ਸਾਰੀ ਬਾਣੀ ਵੀ ਜਿਹੜੀ ਬਾਬਾ ਸਹੰਸ ਰਾਮ ਜੀ ਲਿਖਦੇ ਰਹੇ। ਉਦੋਂ ਫਿਰ ਭਾਈ ਸਾਹਿਬ ਜੀ ਗੋਇੰਦਵਾਲ ਸਾਹਿਬ ਨਾਲ ਬਾਬਾ ਸਹੰਸ ਰਾਮ ਨੇ ਇੱਕ ਯਤਨ ਕੀਤਾ ਹੈ। ਬਹੁਤੀ ਬਾਣੀ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਵੀ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਦੇਵ ਸਾਹਿਬ ਦੀ ਕੁਝ ਭਗਤ ਬਾਣੀ ਜਿੰਨੀ ਅਵੇਲੇਬਲ ਜਿੱਦਾਂ ਹੁੰਦੀ ਰਹੀ, ਉਹਨਾਂ ਨੇ ਪੋਥੀਆਂ ਤਿਆਰ ਕੀਤੀਆਂ। ਇਤਿਹਾਸ ਕਹਿੰਦਾ 4 ਪੋਥੀਆਂ ਤਿਆਰ ਹੋਈਆਂ ਸੀ। ਇਹਨਾਂ ਨੂੰ ਉਦੋਂ ਕਿਹਾ ਜਾਂਦਾ ਸੀ ਗੋਇੰਦਵਾਲ ਸਾਹਿਬ ਵਾਲੀਆਂ ਪੋਥੀਆਂ। ਠੀਕ ਹੈ ਜੀ। ਉਹ ਗੋਇੰਦਵਾਲ ਸਾਹਿਬ ਦੀਆਂ ਜਿਹੜੀਆਂ ਪੋਥੀਆਂ ਸੀ, 2 ਉਹਨਾਂ 'ਚੋਂ ਖੁੱਸ ਗਈਆਂ, 2 ਜਿਹੜੀਆਂ ਪੰਥ ਕੋਲ ਲੰਮਾ ਟਾਈਮ ਸਮਝੀਆਂ ਰਹੀਆਂ। ਇੱਕ ਦਾ ਨਾਮ ਸੀ ਅਹੀਆਪੁਰ ਵਾਲੀ ਪੋਥੀ, ਕਿਉਂਕਿ ਅਹੀਆਪੁਰ ਹੁਸ਼ਿਆਰਪੁਰ ਦੇ ਇਲਾਕੇ 'ਚੋਂ ਚਲੀ ਗਈ ਬਾਅਦ 'ਚ। ਪਹਿਲਾਂ ਨਾਮ ਗੋਇੰਦਵਾਲ ਸਾਹਿਬ ਦੀਆਂ ਪੋਥੀਆਂ ਸੀ। ਦੂਜੀ ਪੋਥੀ ਹੁਣ ਤੱਕ ਉਹ ਪਟਿਆਲੇ ਰਹੀ ਹੈ। ਉਹਦੇ 200 ਤੋਂ ਉੱਪਰ ਅੰਗ ਸਨ, ਉਹਦੇ 300 ਦੇ 43 ਕੁਝ ਮੰਨਦੇ ਨੇ, ਕੁਝ ਘੱਟ ਵੱਧ 2-4 ਮੰਨਦੇ ਨੇ, ਉਹਦੇ ਅੰਗ ਸਨ। ਅੱਗੇ ਕਿਉਂਕਿ ਪੂਰੇ ਪੱਤਰੇ ਨੂੰ ਮਤਲਬ ਪੂਰਾ ਪੱਕਾ ਪੱਤਰਾ ਕਹਿੰਦੇ ਸੀ, ਦੋਵਾਂ ਪਾਸਿਆਂ ਦੇ ਪੰਨੇ। ਇਹ ਪੋਥੀਆਂ ਫਿਰ ਜਦੋਂ ਬਾਬਾ ਸਹੰਸ ਰਾਮ ਨੇ ਲਿਖੀਆਂ, ਇੰਨੇ ਉਤਾਰੇ ਹੋਏ। ਜਿੱਥੇ ਉਹ ਪੋਥੀਆਂ ਰੱਖਣੀਆਂ ਸੀ, ਵੇਖੋ ਹੁਣ ਇਤਿਹਾਸ ਦੀ ਗੁੰਝਲ ਇੱਥੋਂ ਖੁੱਲ੍ਹ ਜੂਗੀ। ਉਹ ਪੋਥੀਆਂ ਰੱਖਣ ਲਈ ਬਾਬੇ ਮੋਹਨ ਜੀ ਦੇ ਘਰ ਚੁਬਾਰਾ ਬਣਿਆ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਬਾਣੀ ਦਾ ਕਿੰਨਾ ਸਤਿਕਾਰ ਹੁੰਦਾ ਸੀ। ਅੱਜ ਅਸੀਂ ਕਹਿੰਦੇ ਜੀ ਇੱਦਾਂ ਕੀ ਹੋ ਜਾਏਗਾ, ਇੱਦਾਂ ਕੀ ਹੋ ਜਾਏਗਾ। ਆਮ ਹਾਲਾਤਾਂ 'ਚ ਨਹੀਂ, ਜਾਂ ਕਠਿਨ ਹਾਲਾਤਾਂ 'ਚ ਨਹੀਂ, ਜਦੋਂ ਹਾਲਾਤ ਨੋਰਮਲ ਹੀ ਨਹੀਂ, ਅਸੀਂ ਆਮ ਰਹਿੰਦੇ, ਉੱਥੇ ਸਤਿਕਾਰ ਕਰ ਸਕਦੇ ਨਾ ਅਸੀਂ। ਉਦੋਂ ਫਿਰ ਉਹ ਚੁਬਾਰੇ ਵਿੱਚ ਉਹ ਪੋਥੀਆਂ ਜਿਹੜੀਆਂ ਸਥਾਪਿਤ ਕੀਤੀਆਂ ਜਾਂਦੀਆਂ, ਸੁਭਾਈਮਣ ਕੀਤੀਆਂ ਜਾਂਦੀਆਂ। ਇਸ ਕਰਕੇ ਫਿਰ ਹੋਰ ਵੇਖੋ, 22 ਪ੍ਰਚਾਰਕ ਬਣਾਏ, ਜਿਹਨੂੰ 22 ਮੰਜੀਆਂ ਕਿਹਾ ਜਾਂਦਾ ਗੁਰੂ ਅਮਰਦਾਸ ਸਾਹਿਬ। ਪ੍ਰਚਾਰਕ ਕੋਲ ਅੱਜ ਫੋਨ ਹੈ, ਲੈਪਟਾਪ ਹੈ। ਥੋੜ੍ਹਾ ਜਿਹਾ 20 ਸਾਲ ਪਿੱਛੇ ਚੱਲ ਜਾਓ, ਅਸੀਂ ਵਿਦੇਸ਼ਾਂ ਜਾਂਦੇ ਨੇ, ਲੈਪਟਾਪ ਨਹੀਂ ਸੀ ਹੁੰਦਾ, ਫੋਨ ਨਹੀਂ ਸੀ ਹੁੰਦਾ। ਅਸੀਂ 10-10 20-20 ਕਿਤਾਬਾਂ ਵੀ ਲੈ ਕੇ ਜਾਂਦੇ ਰਹੇ। ਕੱਪੜੇ ਘੱਟ ਹੁੰਦੇ ਸਨ, ਕਿਤਾਬਾਂ ਵੱਧ। ਹੋਰ ਪਿੱਛੇ ਗੁਰੂ ਅਮਰਦਾਸ ਸਾਹਿਬ ਦਾ ਸਮਾਂ ਵੇਖੋ, ਅਤੇ ਪ੍ਰਚਾਰਕਾਂ ਨੇ ਪ੍ਰਚਾਰ ਲਈ ਜਾਣਾ, ਪੋਥੀਆਂ ਦੇ ਕੋਲ ਬਣੀਆਂ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਉਹ ਮਤਲਬ ਚੁਬਾਰੇ ਵਿੱਚ ਪੋਥੀਆਂ ਮਤਲਬ ਉਹਨਾਂ ਨੇ ਜੀ ਪ੍ਰਕਾਸ਼ ਕੀਤਾ ਉਹਨਾਂ ਦਾ, ਜਾਂ ਰੱਖੀਆਂ ਸਨ ਉੱਥੇ। ਇਹਦੇ ਸੰਦਰਭ ਵਿੱਚ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਸ਼ਬਦ ਆਉਂਦਾ ਹੈ, ਮੋਹਣ ਤੇਰੇ ਉੱਚੇ ਮੰਦਰ ਮੈਲ ਬਾਰਾ। ਇਹ ਉਹਨਾਂ ਨਾਲ ਸੰਬੰਧਿਤ ਆਪਾਂ ਹਾਂਜੀ, ਇਹ ਆਪਾਂ ਕਰਦੇ ਹਾਂ ਜੀ। ਆਪਾਂ ਯਤਨ ਕਰਾਂਗੇ ਜਦੋਂ ਪੋਥੀਆਂ ਲਿਆਉਣ ਦਾ ਜ਼ਿਕਰ ਹੈ, ਕਿਉਂਕਿ ਨਾ ਇਹ ਬਹੁਤ ਵੱਡੀ ਗੁੰਝਲ ਪੰਥ ਅੰਦਰ ਬਣੀ ਹੋਈ ਆ।
ਤੇ ਮੈਂ ਇੱਥੇ ਬੇਨਤੀ ਕਰਾਂਗਾ ਪਿਆਰ ਸਾਹਿਬ, ਇੱਥੇ ਦੋ ਧਰਾਵਾਂ ਪੰਥ 'ਚ ਬਣੀਆਂ ਹੋਈਆਂ, ਬਹੁਤ ਵੱਡੇ ਵਿਦਵਾਨਾਂ ਤੱਕ ਵੀ, ਥੱਲੇ ਤਾਂ ਛੱਡ ਦਿਓ ਤੁਸੀਂ ਪੁਰਾਤਨ ਵਿਦਵਾਨ, ਕੁਝ ਕਹਿੰਦੇ ਪੋਥੀਆਂ ਲੈਣ ਗਏ, ਕੁਝ ਅੱਜ ਕੱਟ ਰਹੇ ਨੇ ਪੋਥੀਆਂ ਲੈਣ ਨਹੀਂ ਗਏ। ਜੇ ਨਹੀਂ ਲੈਣ ਗਏ, ਅਕਾਲ ਤਖਤ ਸਾਹਿਬ, ਪਾਲਕੀ ਸਾਹਿਬ ਸੁਭਾਏਮਾਨ, ਠੀਕ ਹੈ ਜੀ, ਉਹ ਫਿਰ ਕਿੱਥੋਂ ਆਏ? ਜੇ ਉਹ ਪਾਲਕੀ ਸਾਹਿਬ ਵੀ ਸਾਡੇ ਕੋਲ ਹੈ, ਤੇ ਜੇ ਅਸੀਂ ਆਪਣੇ ਇਤਿਹਾਸ ਨੂੰ ਕਹਾਂਗੇ ਪੋਥੀਆਂ ਲੈਣ ਗਏ ਹੀ ਨਹੀਂ, ਤੇ ਕੱਲ੍ਹ ਨੂੰ ਸਾਡੇ ਬੱਚੇ ਪੁੱਛਣਗੇ ਕਿ ਤੁਸੀਂ ਮਥਾਲੋਜੀ ਚੀਜ਼ਾਂ ਰੱਖੀਆਂ ਹੋਈਆਂ। ਮਥਿਆਸ ਨਹੀਂ ਹੈ, ਪੋਥੀਆਂ ਲਿਆਂਦੀਆਂ, ਇਤਿਹਾਸ ਦਾ ਇੱਕ ਹਿੱਸਾ ਲਿਆਂਦੀਆਂ, ਪਰ ਅਸਲ ਗੁੰਝਲ ਹੋ ਅੱਗੇ ਆਪਾਂ ਥੋੜ੍ਹੀ ਜਿਹੀ, ਮੈਂ ਮਾਫੀ ਚਾਹਾਂਗਾ, ਉੱਥੇ ਆ ਕੇ ਖੋਲਾਂਗੇ, ਸੌਖਾ ਰਹੇਗਾ। ਉਹ ਸੁਭਾਏਮਨ ਹੁਣ ਪੋਥੀਆਂ ਕੀਤੀਆਂ। ਤੇ ਬਾਬਾ ਮੋਹਨ ਜੀ ਜਦੋਂ ਪ੍ਰਚਾਰਕ ਥਾਪੇ ਗਏ ਨਾ ਜੀ, ਉਹਨਾਂ ਪ੍ਰਚਾਰਕਾਂ ਦੇ ਹੈੱਡ ਪ੍ਰਚਾਰਕ ਕਹਿ ਲਓ, ਤੁਸੀਂ ਅੱਜ ਵੀ ਪੁੱਛ ਲਓ ਸ਼੍ਰੋਮਣੀ ਕਮੇਟੀ ਵਿੱਚ ਜਾ ਕੇ, ਐਜੀਪੀਸੀ, ਪ੍ਰਚਾਰਕ ਹਜ਼ਾਰਾਂ ਹੋ ਸਕਦੇ, ਹੈੱਡ ਪ੍ਰਚਾਰਕ ਇੱਕੋ ਹੀ ਹੁੰਦਾ ਅੱਜ ਵੀ, ਮੌਜੂਦਾ ਸਮੇਂ 'ਚ ਵੀ। ਇਹ ਗੁਰੂ ਅਮਰਦਾਸ ਸਾਹਿਬ ਤੋਂ ਤੁਰੀ ਪ੍ਰਣਾਲੀ ਹੈ। ਸਾਰੇ ਪ੍ਰਚਾਰਕਾਂ ਦੇ ਹੈੱਡ ਪ੍ਰਚਾਰਕ ਸਨ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਨੂੰ ਅਸੀਂ ਇੱਦਾਂ ਹੀ ਸੋਚਿਆ ਵੀ ਸ਼ਾਇਦ ਕੁਝ ਵੀ ਨਹੀਂ ਹੋ, ਉਹਨਾਂ ਨੂੰ ਹੈਂਡਲ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਸਨ। ਕਿੱਥੇ ਜਾਣਾ, ਕਿਵੇਂ ਜਾਣਾ, ਕੀ ਕਰਨਾ। ਲਿਖਤੀ ਰੂਪ ਦੀਆਂ ਪੋਥੀਆਂ ਸੀ ਉਹ ਬਾਬਾ ਸਹੰਸ ਰਾਮ ਵੀ ਲਿਖ ਕੇ ਦਿੰਦੇ ਸੀ। ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਇਹ ਬਾਬਾ ਮੋਹਨ ਦੇ ਪੁੱਤਰ ਸਨ। ਇਸ ਲਈ ਗੋਇੰਦਵਾਲ ਸਾਹਿਬ ਜਿਹੜਾ ਲਿਖਣ ਦਾ ਕੰਮ ਆ ਨਾ, ਪਹਿਲਾਂ ਉਹ ਸਭ ਤੋਂ ਜ਼ਿਆਦਾ ਹੋਇਆ, ਤੇ ਸਭ ਤੋਂ ਵੱਡੇ ਵਿਦਵਾਨ, ਸਭ ਤੋਂ ਜ਼ਿਆਦਾ ਲਿਖਤ ਤੇ ਉਤਾਰੇ ਬਾਬਾ ਸਹੰਸ ਰਾਮ ਜੀ ਨੇ ਕੀਤੇ। ਉਹਨਾਂ ਦੇ ਨਾਲ ਕੁਝ ਗੁਰਸਿੱਖਾਂ ਵੀ ਮਦਦ ਕਰਾਈ ਹੋਏਗੀ। ਇਹ ਤੋਂ ਅੱਗੇ ਜਦੋਂ ਆਪਾਂ ਚੱਲਦੇ ਹਾਂ, ਗੁਰੂ ਅਮਰਦਾਸ ਸਾਹਿਬ ਜੋਤੀ ਜੋਤ ਸਮਾਉਂਦੇ ਨੇ, ਤੇ ਸੱਚੇ ਪਾਤਸ਼ਾਹ ਨੇ ਇਹ ਸਾਰੀਆਂ ਜਿਹੜੀਆਂ ਪੋਥੀਆਂ ਨੇ ਉਹ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਪੁਰਦ ਕਰਤੀਆਂ। ਹੁਣ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਤੋਂ ਬਾਅਦ ਇਹ ਸੁਭਾਵਿਕ ਸੀ ਪੋਥੀਆਂ ਦੇ ਉਤਾਰੇ ਹੋ ਗਏ। ਅਗਲੀ ਗੱਲ ਖੁੱਲ੍ਹ ਜਾਏਗੀ ਅੱਗੇ ਚੱਲ ਕੇ। ਮੂਲ ਪੋਥੀਆਂ ਫਿਰ ਚੇਤੇ ਰੱਖਿਓ, ਮੂਲ ਪੋਥੀਆਂ ਨੇ ਜਿਹੜੀਆਂ ਉਹ ਜਿੱਥੇ ਗੁਰਤਾ ਗੱਦੀ ਜਾਂਦੀ ਉੱਥੇ ਜਾਂਦੀਆਂ। ਹੁਣ ਇੱਥੋਂ ਸਾਡੇ ਵਿਦਵਾਨ ਭੁਲੇਖੇ 'ਚ ਪੈਂਦੇ, ਜਿਹੜੇ ਉਤਾਰੇ ਉਹ ਤਾਂ ਸਾਰੇ ਥਾਵਾਂ 'ਤੇ ਜਾਂਦੇ। ਹੁਣ ਉਤਾਰੇ ਸਾਰੇ ਥਾਵਾਂ 'ਤੇ ਨੇ, ਮੂਲ ਪੋਥੀਆਂ ਗੁਰੂ ਰਾਮਦਾਸ ਸਾਹਿਬ ਕੋਲ ਚਲੀਆਂ ਗਈਆਂ। ਗੁਰੂ ਰਾਮਦਾਸ ਸਾਹਿਬ ਲਗਭਗ 7 ਸਾਲ ਆਪਾਂ ਜਦੋਂ ਵੇਖਦੇ ਇਤਿਹਾਸ ਨੂੰ, ਉਹ ਗੁਰਤਾ ਗੱਦੀ 'ਤੇ ਸੁਭਾਏਮਾਨ ਰਹਿੰਦੇ। ਉਹਨਾਂ 7 ਸਾਲਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੀ ਬਖਸ਼ਿਸ਼ ਕਿੱਡੀ ਆ, ਮਨੁੱਖ ਦੀ ਰਸਨਾ ਤੋਂ ਕਹਿਣ ਤੋਂ ਪਾਰ ਹੈ। ਪਹਿਲੀ ਗੱਲ ਤਾਂ ਇਹਦਾ ਪ੍ਰਮਾਣ ਮੈਂ ਕਈ ਵਾਰੀ ਇੱਦਾਂ ਵੀ ਬੇਨਤੀ ਕਰਨਾ, ਭਾਵੇਂ ਗੁਰੂ ਇੱਕੋ ਜੋਤ ਹੈ, ਪਰ ਕਿਹੜੇ ਸਰੀਰ 'ਚ ਰਹਿੰਦਿਆਂ, ਕਿਹੜੀ ਕਾਇਆ 'ਚ ਰਹਿੰਦਾ, ਕਿਹੜੀਆਂ ਬਖਸ਼ਾਂ ਕੀਤੀਆਂ, ਕੁਝ ਨਾ ਕੁਝ ਤੇ ਫਰਕ ਹੈ ਹੀ। ਭੱਟ ਸਾਹਿਬਾਨਾਂ ਨੇ 63 ਸਵਈਏ 4 ਗੁਰੂ ਸਰੀਰਾਂ ਲਈ ਉਚਾਰੇ। ਗੁਰੂ ਨਾਨਕ ਸਾਹਿਬ ਲਈ 10, ਗੁਰੂ ਅੰਗਦ ਦੇਵ ਸਾਹਿਬ ਲਈ 10, 22 ਗੁਰੂ ਰਾਮਦਾਸ ਸਾਹਿਬ ਅਮਰਦਾਸ ਸਾਹਿਬ ਲਈ, ਤੇ 21 ਸਵਈਏ ਗੁਰੂ ਅਰਜਨ ਦੇਵ ਸਾਹਿਬ ਲਈ। ਇਹਨਾਂ ਦਾ ਆਪਾਂ ਜੋੜ ਕਰਾਂਗੇ 63 ਹੋ ਗਏ। ਪਰ ਭੱਟਾਂ ਨੇ ਇਕੱਲੇ ਗੁਰੂ ਰਾਮਦਾਸ ਸਾਹਿਬ ਲਈ 60 ਸਵਈਏ ਉਚਾਰੇ। ਦੇਖੋ 123 ਚੋਂ 63 ਕੱਢ ਦਈਏ, 60 ਰਹੇ। ਕੋਈ ਤਾਂ ਖੇਡ ਹੈ, ਮੈਂ ਤਾਂ ਨਹੀਂ, ਤੇ ਕੋਈ ਵੇਖੋ ਇਹ ਨਹੀਂ ਹੈ ਕਿ ਵੀ ਉਹ ਜੀ ਉਹ ਕੀ ਲੋਕ ਕਹਿਣਗੇ ਕਿ ਉਹ ਵੱਡੇ ਨੇ, ਕਿ ਉਹ ਛੋਟੇ ਨੇ, ਨਹੀਂ। ਵਿੱਚ ਭੱਟ ਸਾਹਿਬਾਨ ਨੇ ਜੋ ਹੈ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ, ਉਹਨਾਂ ਵਡਿਆਈ ਕੀਤੀ ਆ, ਆਪਾਂ ਕਰ ਦਿਆਂਗੇ। ਹੁਣ ਜਦੋਂ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਮੈਂ ਜ਼ਿਕਰ ਕਰਨਾ ਚਾਹੁੰਦਾ ਸੀ, ਸਮਾਂ ਸਭ ਤੋਂ ਘੱਟ ਹੈ ਗੁਰਤਾ ਗੱਦੀ ਦਾ ਗੁਰੂ ਸਾਹਿਬਾਨਾਂ 'ਚੋਂ। ਚਲੋ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਛੱਡ ਦਈਏ ਤਾਂ ਕਹਿ ਲਓ, ਉਹ ਅੱਗੇ ਚੱਲ ਕੇ ਆਪਾਂ ਪਹਿਲਾਂ ਦੀ ਗੱਲ ਕਰਦੇ। ਸੇਵਾ ਸਭ ਤੋਂ ਜ਼ਿਆਦਾ ਬਾਬੇ ਲਹਿਣੇ ਨੇ ਲਗਭਗ, ਜਦੋਂ ਆਪਾਂ ਵੇਖਦੇ ਹਾਂ ਸੇਵਾ ਦਾ ਉਹਨਾਂ ਦਾ ਜਿਹੜਾ ਜੀਵਨ ਕਾਲ ਹੈ, ਉਹ ਤਕਰੀਬਨ ਲਾ ਲਓ ਪੌਣੇ 7 ਸਾਲ ਬਣਦਾ ਬਾਬੇ ਲਹਿਣਾ ਜੀ ਦਾ। 32 'ਚ ਆਉਂਦੇ ਨੇ, 39 'ਚ ਗੁਰਤਾ ਗੱਦੀ 'ਤੇ ਬਹਿ ਜਾਂਦੇ। ਤੇ ਗੁਰੂ ਅਮਰਦਾਸ ਸਾਹਿਬ ਦਾ ਸੇਵਾ ਕਾਲ 11 ਤੋਂ 12 ਸਾਲ ਬਣਦਾ। ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਸੇਵਾ ਨਾ, ਉਹ 29 ਸਾਲ ਦੇ ਕਰੀਬ ਆਉਂਦੀ। 29 ਸਾਲ ਗੁਰੂ ਦੇ ਚਰਨਾਂ 'ਚ ਸੇਵਾ ਕਰਕੇ, ਗੁਰਤਾ ਗੱਦੀ 'ਤੇ ਕੇਵਲ 7 ਸਾਲ, ਠੀਕ ਹੈ ਜੀ। ਉਹਨਾਂ 7 ਸਾਲਾਂ 'ਚ ਵੇਖੋ ਸਰੋਵਰ ਖਦਵਾਉਣਾ, ਤਾਲ ਖਦਵਾਉਣਾ, ਉਹਦੇ ਵਿੱਚ ਹੀ ਤੁਸੀਂ ਵੇਖੋ 30 ਰਾਗਾਂ 'ਚ ਬਾਣੀ ਉਚਾਰ, ਚਾਹੇ 644 ਸ਼ਬਦ ਨੇ, ਪਰ ਗੁਰੂ ਨਾਨਕ ਸਾਹਿਬ ਦੇ 17 'ਚ ਹੋ ਗਏ, ਗੁਰੂ ਅਮਰਦਾਸ ਦੇ 17 'ਚ ਹੋ ਗਏ, ਗੁਰੂ ਨਾਨਕ ਸਾਹਿਬ 19 ਰਾਗਾਂ 'ਚ। ਗੁਰੂ ਰਾਮਦਾਸ ਸਾਹਿਬ ਨੇ 30 ਰਾਗਾਂ 'ਚ ਜਿਹੜੀ ਬਾਣੀ ਉਚਾਰੀ। ਮੰਜੀ ਸਾਹਿਬ ਤੋਂ ਬੇਨਤੀ ਕੀਤੀ ਸੀ ਇੱਕ ਵਾਰ ਵੀ ਜਿਹੜੇ ਅੱਜ ਕੇਵਲ ਬਾਹਰ ਦੇ ਗਿਆਨ ਦਾ, ਬਾਹਰ ਦਾ ਸ਼ਬਦਾਂ ਦਾ ਹੋਕਾ ਮਾਰਦੇ, ਗਿਆਨ ਨਹੀਂ ਹੋਣਾ ਚਾਹੀਦਾ ਜੀ। ਇੱਦਾਂ ਇੱਕ ਵੀ ਤੁਸੀਂ ਇਤਿਹਾਸ 'ਚੋਂ ਸਬੂਤ ਨਹੀਂ ਲੱਭ ਸਕੋਗੇ ਵੀ ਗੋਇੰਦਵਾਲ ਸਾਹਿਬ ਕਿਹੜਾ ਕੀਰਤਨ ਦਾ ਵਿਦਿਆਲਾ ਚੱਲਦਾ ਸੀ ਜਿੱਥੋਂ ਰਹਿ ਕੇ ਗੁਰੂ ਰਾਮਦਾਸ ਸਾਹਿਬ ਨੇ ਕੀਰਤਨ ਸਿੱਖਿਆ ਹੋਵੇ। ਗੁਰੂ ਜੋਤ ਵਿੱਚ ਹੀ ਸਭ ਕੁਝ ਹੁੰਦਾ। ਜੋਤ ਦਾ ਮਤਲਬ ਇਹ ਹੈ, ਜੋਤ ਵੇਖੋ ਤੁਸੀਂ, ਅਸਲ ਵਿੱਚ ਦੀਵੇ ਦਾ ਵੀ ਅਰਥ ਹੀ ਹੈ ਚਾਨਣ। ਅਸੀਂ ਭਾਵੇਂ ਬੁਝੇ ਨੂੰ ਵੀ ਦੀਵਾ ਕਹਿ ਦਿੰਦੇ, ਵੈਸੇ ਪੁਰਾਣੇ ਵਿਦਵਾਨ ਰੋਕਦੇ ਸਨ, ਬੁਝਿਆ ਹੋਇਆ ਦੀਵਾ ਨਹੀਂ। ਦੀਵੇ ਦਾ ਅਰਥ ਹੀ ਚਾਨਣ ਹੈ। ਜੋਤ ਦਾ ਰੂਪ ਹੀ ਮੂਲ ਹੀ ਪ੍ਰਕਾਸ਼ ਹੈ। ਜਿੱਥੇ ਗੁਰੂ ਜੋਤ ਟਿਕ ਗਈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ,
ਉਹ ਪ੍ਰਕਾਸ਼ ਵਿੱਚੋਂ ਹੀ 30 ਰਾਗ ਨਿਕਲੇ ਆ, ਉਹਦੇ 'ਚੋਂ ਸ਼ਬਦ, ਉਹਦੇ 'ਚੋਂ ਬਖਸ਼ਾਂ ਨਿਕਲੀਆਂ। ਜਦੋਂ ਇਹ ਸਮਾਂ ਬੀਤਿਆ ਜੀ, ਹੁਣ ਉਹ ਸਾਰੀਆਂ ਪੋਥੀਆਂ ਗੁਰੂ ਰਾਮਦਾਸ ਸਾਹਿਬ ਕੋਲ ਨੇ, ਉਹ ਸ਼ਬਦ ਵੀ ਦਰਜ ਹੋ ਗਏ। ਭਾਈ ਮਨਸਾ ਚੰਦ ਵਰਗੇ, ਭਾਈ ਹਸਨਾ ਜੀ ਵਰਗੇ, ਇਹ 4 ਨਾਮ ਫਿਰ ਮਿਲਦੇ ਆ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ। ਉਹ ਸਿੱਖ ਵੀ ਬਾਣੀ ਲਿਖਦੇ ਰਹੇ। ਇਹਦੇ ਸਮੇਂ ਦਰਮਿਆਨ ਮੈਂ ਇੱਥੇ ਥੋੜ੍ਹਾ ਜਿਹਾ ਰੁਕਾ ਲੰਗਾ, ਕਿਉਂਕਿ ਅੱਗੇ ਭਾਈ ਗੁਰਦਾਸ ਸਾਹਿਬ ਦਾ ਜ਼ਿਕਰ ਆਉਣਾ। ਭਾਈ ਗੁਰਦਾਸ ਸਾਹਿਬ ਜੀ ਦੀ 3 ਸਾਲ ਦੀ ਉਮਰ ਸੀ ਜਦੋਂ ਮਾਤਾ ਪਿਤਾ ਉਹਨਾਂ ਦੇ ਚੜ੍ਹਾਈ ਕਰ ਗਏ, ਅਤੇ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਲੱਗਦੇ ਸਨ, ਬਾਬਾ ਈਸਾ ਦਾਸ ਦੇ ਪੁੱਤਰ ਸਨ, ਗੁਰੂ ਅਰਜਨ ਦੇਵ ਸਾਹਿਬ ਦੇ ਮਾਮਾ ਲੱਗਦੇ ਸਨ, ਰਿਸ਼ਤੇਦਾਰੀ ਤੌਰ 'ਤੇ ਬਾਹਰੀ। ਇਹਨਾਂ ਨੇ ਉਦੋਂ ਸੁਲਤਾਨਪੁਰ ਸਾਹਿਬ ਬਹੁਤ ਵੱਡਾ ਇੱਕ ਜਿਹਨੂੰ ਆਪਾਂ ਮਦਰਸਾ ਕਹਿੰਦੇ ਹਾਂ, ਪਾਠਸ਼ਾਲਾ ਸਕੂਲ ਕਹਿੰਦੇ ਹਾਂ, ਇਹ ਪੂਰੇ ਹਿੰਦੁਸਤਾਨ ਦਾ ਨਹੀਂ, ਅੱਜ ਤਾਂ ਹਿੰਦੁਸਤਾਨ ਨਾਮ ਹੈ, ਚਲੋ ਆਪਾਂ ਪਾਰਟੀਸ਼ਨ ਕਹਿੰਦੇ, ਪੂਰੇ ਇਸ ਦੇਸ਼ ਦਾ ਵੱਡਾ ਮਦਰਸਾ। ਜਿਵੇਂ ਹੁਣ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਯੂਪੀ 'ਚ ਦਿਓਬੰਦ, ਜਿਹੜਾ ਇਸਲਾਮ ਦਾ ਇਸ ਦੇਸ਼ ਅੰਦਰ, ਉਦੋਂ ਸੀ ਉਹ ਸੁਲਤਾਨਪੁਰ ਸਾਹਿਬ। ਬਹੁਤ ਵੱਡਾ ਇਤਿਹਾਸਕ ਸ਼ਹਿਰ, ਇਹਦਾ ਪਿਛੋਕੜ ਹੈ। ਇੱਥੋਂ ਭਾਈ ਗੁਰਦਾਸ ਸਾਹਿਬ, ਸੁਲਤਾਨਪੁਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੂਰ ਨੇ, ਇੱਥੋਂ ਭਾਈ ਗੁਰਦਾਸ ਜੀ ਅਰਬੀ ਫਾਰਸੀ ਗੁਰੂ ਅਮਰਦਾਸ ਸਾਹਿਬ ਨੇ ਭੇਜ ਕੇ ਪੜ੍ਹਾਇਆ। ਮਤਲਬ ਜਦੋਂ ਤੁਸੀਂ ਵੇਖੋਗੇ 7 ਭਾਸ਼ਾਵਾਂ ਦੇ ਗਿਆਤਾ ਭਾਈ ਗੁਰਦਾਸ ਜੀ। ਅਰਬੀ ਉਹਨਾਂ ਕੋਲ, ਫਾਰਸੀ ਉਹਨਾਂ ਕੋਲ, ਠੀਕ ਹੈ ਜੀ, ਸੰਸਕ੍ਰਿਤ ਤੇ ਮੂਲ ਹੋਣੀ ਸੀ, ਗੁਰਮੁਖੀ ਗੁਰੂ ਘਰ 'ਚੋਂ ਸੀ। ਹਰੇਕ ਚੀਜ਼ ਦੇ ਰਾਗ ਵਿਦਿਆ ਦੇ, ਤਾਂ ਹੀ ਉਹਨਾਂ ਦੇ ਤੁਸੀਂ ਸਵਈਏ ਪੜ੍ਹੋ, ਜਿਹੜੇ ਉਹਨਾਂ ਦੇ ਕਵਿੱਤ ਨੇ ਬੜੇ ਕਮਾਲ ਦੇ ਆ। ਵਾਰਾਂ ਪੜ੍ਹੋ, ਉਹਨਾਂ ਦੀਆਂ ਪੌੜੀਆਂ 'ਚ ਉਦਾਹਰਨਾਂ ਵੇਖੋ ਤੁਸੀਂ। ਗੁਰਬਾਣੀ ਅੰਦਰ ਵੀ ਪੜ੍ਹ ਲਓ, ਭਾਈ ਗੁਰਦਾਸ ਨੂੰ ਪੜ੍ਹ ਲਓ, ਉਹਨਾਂ ਨੇ ਕੋਈ ਕਿਸੇ ਜਾਨਵਰ, ਪੰਛੀ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਦੇ ਪ੍ਰਮਾਣ ਦਿੱਤੇ ਨੇ। ਜਦੋਂ ਫਿਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਅਤੇ ਮਹਾਰਾਜ ਸਾਹਿਬ ਨੇ ਫਿਰ ਉਹ ਸਮਾਂ ਪਰਖ ਵਾਲਾ ਆਇਆ ਜਦੋਂ, ਅਤੇ ਉਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਉਹਨਾਂ ਨੂੰ ਦੇਣ ਦਾ ਫੈਸਲਾ ਹੋ ਗਿਆ। ਉਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਪੋਥੀਆਂ ਨੇ, ਉਹ ਫਿਰ ਭਾਈ ਗੁਰਦਾਸ ਜੀ ਉਦੋਂ ਇੱਧਰ ਸਨ, ਜਦੋਂ ਆਪਾਂ ਆਗਰੇ ਤੋਂ ਅੱਗੇ ਸਾਰੇ ਦਾ ਸਾਰਾ ਜਿਹੜਾ ਬਨਾਰਸ ਲਖਨਊ ਦਾ ਜਿਹੜਾ ਇਲਾਕਾ ਵਾਪਸੀ ਆ ਰਹੇ ਸਨ, ਅਤੇ ਅਕਬਰ ਨੇ ਇੱਕ ਸਰਬ ਧਰਮ ਸੰਮੇਲਨ ਕਰਾਉਂਦਾ ਹੁੰਦਾ ਸੀ। ਉਹ ਭਾਈ ਗੁਰਦਾਸ ਜੀ ਉਹਦੇ ਆਗਰੇ ਰੁਕੇ ਹੋਏ ਸਨ ਜਦੋਂ ਗੁਰੂ ਰਾਮਦਾਸ ਸਾਹਿਬ ਜੋਤੀ ਜੋਤ ਸਮਾਏ। ਗੁਰੂ ਰਾਮਦਾਸ ਸਾਹਿਬ ਨੇ ਸਾਰਾ ਜਿਹੜਾ ਸਪੁਰਦ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੇ ਕਰਤਾ। ਹੁਣ ਫਿਰ ਯਾਦ ਰੱਖਿਓ, ਮੈਂ ਚੇਤੇ ਕਰਾ ਦਿਆਂ, ਮੂਲ ਪੋਥੀਆਂ ਗੁਰੂ ਅਰਜਨ ਦੇਵ ਸਾਹਿਬ ਕੋਲ ਗਈਆਂ, ਉਹ ਤਾਰੇ ਸਾਰੇ ਸਿੱਖਾਂ ਕੋਲ, ਸਾਰੇ ਸੰਗਤਾਂ ਕੋਲ, ਸਿੱਖਾਂ ਕੋਲ ਨੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆ ਗਏ ਅੰਮ੍ਰਿਤਸਰ ਸਾਹਿਬ ਗੋਇੰਦਵਾਲ ਸਾਹਿਬ ਤੋਂ, ਦੁਸ਼ਹਿਰੇ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਤੋਂ, ਉਦੋਂ ਮਹਾਰਾਜ ਸਾਹਿਬ ਨੇ ਪਹਿਲਾ ਕਾਰਜ ਕੀਤਾ ਹੈ, ਗੁਰੂ ਅਰਜਨ ਦੇਵ ਸਾਹਿਬ ਨੇ ਤਾਲ ਪੱਕਾ ਕਰਾਇਆ। ਇਹ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਸੀ। ਤਾਲ ਤੋਂ ਬਾਅਦ ਹੁਣ ਆਪਾਂ ਉੱਥੇ ਫਿਰ ਆ ਜਾਵਾਂਗੇ ਜਿੱਥੋਂ ਸ਼ੁਰੂ ਕੀਤਾ, ਮਕਾਮ ਬਣਾਇਆ ਹਰਿਮੰਦਰ ਸਾਹਿਬ, ਭਾਵ ਜਿੱਥੇ ਪ੍ਰਕਾਸ਼ ਕਰਨਾ ਹੈ ਉਹਦਾ ਪਹਿਲਾ ਸਥਾਨ, ਕੋਈ ਵੀ ਕੇਂਦਰ ਜਿਹੜਾ ਆਪਾਂ ਕਹਿ ਹਾਂ, ਉਹ ਕਿੱਦਾਂ ਦਾ ਹੋਵੇ। ਦੂਜੀ ਸਭ ਤੋਂ ਵੱਡੀ ਗੱਲ ਸ਼ਾਇਦ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੇ ਕਿ ਹਰਿਮੰਦਰ ਸਾਹਿਬ ਦੇ ਅੰਦਰ ਬਣਨ ਤੋਂ ਲੈ ਕੇ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਤਖਤ 'ਤੇ ਬਹਿ ਕੇ ਉਪਦੇਸ਼ ਨਹੀਂ ਦਿੱਤਾ। ਹੁਣ ਇੱਥੋਂ ਸ਼ਬਦ ਦੀ ਗੱਲ ਸਮਝ ਆਏ ਵੀ ਸ਼ਬਦ ਗੁਰੂ ਕੀ ਹੈ, ਪਹਿਲਾ ਪ੍ਰਕਾਸ਼ ਕੀ ਹੈ। ਵੇਖੋ ਜਦੋਂ ਵੀ ਹਰਿਮੰਦਰ ਸਾਹਿਬ ਬਣ ਵੀ ਗਿਆ ਨਾ ਭਾਈ ਸਾਹਿਬ, ਜਦੋਂ ਉੱਧਰੋਂ ਮਤਲਬ ਸਮਾਪਤੀ ਹੋ ਗਈ, ਸੰਪੰਨਤਾ ਹੋ ਗਈ, ਇੱਧਰੋਂ ਇਹ ਬਣਦਾ ਰਿਹਾ ਕਾਰਜ। ਵੇਖੋ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦੇ, ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰੂ ਕੀ ਵਡਾਲੀ, ਇੱਧਰੋਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਤੀ, ਇੱਧਰੋਂ ਤਰਨ ਤਾਰਨ ਸਾਹਿਬ ਵਸਾਤਾ, 1593-94 'ਚ ਕਰਤਾਰਪੁਰ ਸਾਹਿਬ ਵਸਾਤਾ। ਠੀਕ ਹੈ ਜੀ, ਸਾਰੇ ਕਾਰਜ ਇੱਕ ਟਾਈਮ 'ਤੇ ਚੱਲ ਰਹੇ ਨੇ। 1596 ਦੇ ਵਿੱਚ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਬੇਨਤੀ ਕੀਤੀ ਹੋਏਗੀ, ਇਤਿਹਾਸ ਕਹਿੰਦਾ ਇਹ ਉਹ ਟਾਈਮ ਸੀ ਜਦੋਂ ਮਿਹਰਬਾਨ ਜਿਹੜਾ ਪਿਰਥੀਏ ਦਾ ਪੁੱਤਰ, ਉਹ ਅਸਲ ਵਿੱਚ ਗੁਰੂ ਅਰਜਨ ਦੇਵ ਸਾਹਿਬ ਉਹਨੂੰ ਇੰਨਾ ਪਿਆਰ ਦਿੰਦੇ ਸਨ, ਆਪਣੇ ਕੋਲ ਸਵਾਉਂਦੇ ਸਨ, ਖੁਦ ਪੜ੍ਹਾਇਆ। ਬਾਕੀ ਇਹ ਕਹਿ ਲਈਏ ਜਿੱਥੇ ਗੁਰੂ ਦੀ ਬਖਸ਼ਿਸ਼ ਉੱਥੇ ਤੇ ਆਟੋਮੈਟਿਕ ਸਭ ਕੁਝ ਹੋਣਾ। ਨਦਰ ਸੀ ਨਾ, ਉਹ ਬੜਾ ਵੱਡਾ ਵਿਦਵਾਨ ਬਣ ਗਿਆ। ਇਤਿਹਾਸ ਵਿੱਚ ਬਚਨ ਆਉਂਦੇ ਨੇ, ਮਿਹਰਬਾਨ ਪੁੱਤਰ ਪਿਰਥੀਏ ਦਾ ਕਵਿਸ਼ਰੀ ਕਰੇ, ਫਾਰਸੀ ਹਿੰਦਵੀ ਸੰਸਕ੍ਰਿਤ ਪੜ੍ਹੇ, 3 ਪੀ ਬਾਣੀ ਬਹੁਤ ਬਣਾਈ, ਭੋਗ ਸ਼੍ਰੀ ਗੁਰੂ ਨਾਨਕ ਜੀ ਕਾ ਪਾਈ। ਉਹ ਆਪਣੀ ਕਵਿਤਾ ਲਿਖ ਲੈਂਦਾ ਸੀ। ਭੋਗ ਦਾ ਮਤਲਬ ਸਮਾਪਤੀ, ਤੇ ਉਹ ਗੁਰੂ ਨਾਨਕ ਨਾਮ ਮੋਹਰ ਛਾਪ ਵਰਤਦਾ ਸੀ। ਅਤੇ ਜਦੋਂ ਸੰਗਤ ਹੁਣ ਪੜ੍ਹਦੀ ਹੋਏਗੀ, ਜਦੋਂ ਕੋਈ ਅਖਬਾਰ ਨਹੀਂ, ਕੋਈ ਇੱਦਾਂ ਦਾ ਮੀਡੀਆ ਦਾ ਯੁੱਗ ਨਹੀਂ, ਅਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਨਵੀਂ ਸੰਗਤ ਨੂੰ ਤਾਂ ਜ਼ਰੂਰ ਸਿੱਖ ਨੂੰ ਭੁਲੇਖਾ ਪੈਂਦਾ ਹੀ ਹੋਏਗਾ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਦੀ ਬਾਣੀ। ਇਹ ਵੀ ਹੋਇਆ, ਅੱਗੇ ਇਤਿਹਾਸ 'ਚ ਆਏਗਾ ਜ਼ਿਕਰ। ਜਦੋਂ ਫਿਰ ਇਹ ਸਮਾਂ ਬਣਿਆ, ਸਿੱਖਾਂ ਬੇਨਤੀ ਕੀਤੀ, ਬਾਕੀ ਗੁਰੂ ਦੀ ਬਖਸ਼ਿਸ਼ ਹੈ, ਦੋਵੇਂ ਗੱਲਾਂ ਨੇ। ਆਪਣਾ ਉਹ ਇਲਾਹੀ ਕਲਾਮ ਵੀ ਤਿਆਰ ਕਰਨਾ, ਕਿਉਂਕਿ ਕਾਰਜ ਲਈ ਕਾਰਨ ਚਾਹੀਦਾ। ਹੁਣ ਜੇ ਆਪਣਾ ਧੀ ਪੁੱਤ ਜਵਾਨ ਹੋਇਆ, ਉਹ ਕਾਰਨ ਹੈ ਨਾ, ਉਹਦੇ ਲਈ ਉਹਦਾ ਵਿਆਹ ਉਹਦਾ ਕਾਰਜ ਹੈ। ਆਪਣਾ ਘਰ ਕੱਚਾ ਕਾਰਨ ਹੈ, ਪੱਕਾ ਬਣਾਉਣਾ ਕਾਰਜ।
ਕਾਰਨ ਬਣਿਆ ਇਹ, ਤੇ ਕਾਰਜ ਫਿਰ ਗੁਰੂ ਸਾਹਿਬ ਨੇ ਇਲਾਹੀ ਕਲਾਮ ਤਿਆਰ ਕਰਨ ਲਈ ਸਾਡੇ ਤੇ ਬਖਸ਼ਿਸ਼ ਕੀਤੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਜਿਹਦੇ ਕੋਲ ਇੱਕ ਵੀ ਸ਼ਬਦ, ਇੱਕ ਵੀ ਪੰਕਤੀ, ਜਿੱਥੇ ਜਿੱਥੇ ਗੁਰੂ ਸਾਹਿਬ ਗਏ ਕੋਈ ਵੀ ਪੋਥੀ ਹੈ, ਉਹ ਸਾਰੇ ਆਪੋ ਆਪਣੀਆਂ ਉਹ ਬਾਣੀ ਦੀਆਂ ਪੋਥੀਆਂ ਲੈ ਕੇ ਆਓ। ਜਿਹੜੇ ਲਿਆ ਨਹੀਂ ਸਕਦੇ, ਉਹ ਜਿਹੜੇ ਮਸੰਦ ਨੇ ਉਹਨਾਂ ਕੋਲ ਭੇਜੋ। ਤੇ ਗੱਲ ਨੇੜੇ ਲਿਆਈਏ, ਗੁਰੂ ਸਾਹਿਬ ਦੇ ਕਹਿਣ ਤੇ ਪੋਥੀਆਂ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਈਆਂ। ਹੁਣ 1596 'ਚ ਤੁਸੀਂ ਸਾਲ ਲਾ ਲਓ, 6 ਮਹੀਨੇ ਲਾ ਲਓ, ਇੰਨਾ ਟਾਈਮ ਤੇ ਪੋਥੀਆਂ ਉਹਦੀਆਂ ਲੱਗਾ ਹੋਏਗਾ। 97 ਆ ਗਿਆ ਹੋਏਗਾ। 1597 ਤੋਂ ਲੈ ਕੇ 97, 98, 99, 1600 ਪੂਰਾ ਤੇ 1601, 4.5 ਸਾਲ ਦਾ ਟਾਈਮ ਬਣਦਾ ਜੀ। ਇਤਿਹਾਸ ਮੁਤਾਬਕ ਭਾਈ ਗੁਰਦਾਸ ਜੀ ਦਾ ਕੇਵਲ ਉਹਨਾਂ ਹੀ ਰੋਲ ਨਹੀਂ ਵੀ ਉਹਨਾਂ ਨੇ ਲਿਖਤੀ ਬਾਣੀ, ਜੇ ਆਪਾਂ ਕਹਿੰਦੇ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਾਈ ਜੀ, ਉਹਨਾਂ ਨੇ ਲਿਖ, ਐਡਾ ਸੌਖਾ ਨਹੀਂ ਸੀ ਕਾਰਜ। ਅੱਜ ਸਾਡੇ ਕੋਲ ਸਰਚ ਇੰਜਨ ਨੇ, ਗੂਗਲ ਦੇ ਜਾਂ ਹੋਰ ਗੁਰਬਾਣੀ ਐਪਸ ਨੇ, ਅਸੀਂ ਸ਼ਬਦ ਵੇਖਣਾ ਤੇ 1 ਮਿੰਟ 'ਚ ਲੱਭ ਲੈਂਦੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਪੁਰਾਤਨ ਸਰੂਪਾਂ ਨੂੰ ਪੜ੍ਹਨਾ ਛੱਡ ਕੇ ਨਾ, ਅੱਜ ਇੱਕ ਮੈਂ ਸੁਨੇਹਾ ਤੁਹਾਡੇ ਦੇ ਸੰਗਤ ਨੂੰ ਦਿਆਂਗਾ, ਐਪ ਨੂੰ ਆਪਾਂ ਵੀ ਵਰਤਦੇ, ਤੁਸੀਂ ਵੀ ਵਰਤੋ, ਪਰ ਸਾਰੇ ਐਪਾਂ 'ਚ ਬਹੁਤ ਮਿਸਟੇਕਾਂ ਨੇ। ਨਾ ਕੋਈ ਸਾਡਾ ਵਿਦਵਾਨ ਧਿਆਨ ਦਿੰਦਾ, ਨਾ ਕੋਈ ਜਥੇਬੰਦੀ ਧਿਆਨ ਦਿੰਦੀ। ਉੱਥੇ ਸ਼ਬਦ ਹੋਰੂ, ਐਪ ਸ਼ਬਦ ਹੋਰ। ਸ਼ੁੱਧਤਾ ਜਿਹੜੀ ਹੈ ਨਾ ਉਹਦੇ 'ਚ ਥੋੜ੍ਹਾ ਜਿਹਾ, ਕਿਉਂਕਿ ਉਹਦੇ 'ਤੇ ਤਾਂ ਐਪਸ ਵਿੱਚ ਤਾਂ ਬੰਦਿਆਂ ਨੇ ਚੜਾਈਆਂ ਨੇ ਨਾ। ਚੜਾਉਣ ਤੋਂ ਬਾਅਦ ਉਹਦੀ ਸਾਲ ਬਾਅਦ ਅਪਡੇਟਿੰਗ ਜਾਂ ਉਹਦੀ ਅਮੈਂਡਮੈਂਟ ਕੋਈ ਹੁੰਦੀ ਰਹੇ ਤਾਂ ਠੀਕ ਹੈ, ਯਾਨੀ ਬਹੁਤ ਊਨਤਾਈਆਂ ਨੇ। ਹੁਣ ਐਸੇ ਸਮੇਂ ਅੰਦਰ ਭਾਈ ਗੁਰਦਾਸ ਸਾਹਿਬ ਨੇ ਪਹਿਲਾਂ ਤਾਂ ਗੁਰੂ ਘਰ 'ਚ ਕਿੰਨੀਆਂ ਪੋਥੀਆਂ, ਹੁਣ ਤੁਸੀਂ ਵੇਖਿਓ। ਉਦੋਂ ਫਿਰ ਇਤਿਹਾਸ ਕਹਿੰਦਾ ਭਾਈ ਗੁਰਦਾਸ ਜੀ ਗਏ ਸਨ ਇਕੱਲੇ ਸਿੱਖਾਂ ਦੇ ਨਾਲ, ਪੋਥੀਆਂ ਨਹੀਂ ਮਿਲੀਆਂ ਗੋਇੰਦਵਾਲ ਸਾਹਿਬ ਤੋਂ। ਕਿਹਾ ਹੋਏਗਾ ਵੀ ਤੁਹਾਡੇ ਕੋਲ ਤਾਂ ਮੂਲ ਪੋਥੀਆਂ, ਤੁਸੀਂ ਕੀ ਕਰਨੀਆਂ। ਗੁਰੂ ਅਰਜਨ ਦੇਵ ਸਾਹਿਬ ਕਿਉਂ ਗਏ? ਗੁਰੂ ਅਰਜਨ ਦੇਵ ਸਾਹਿਬ ਇਸ ਕਰਕੇ ਨਹੀਂ ਗਏ ਵੀ ਉਹਨਾਂ ਕੋਲ ਪੋਥੀਆਂ ਨਹੀਂ ਸੀ, ਮੂਲ ਪੋਥੀਆਂ ਹੈਗੀਆਂ। ਜਾਣ ਦਾ ਕਾਰਨ ਆ ਵੀ ਸਭ ਤੋਂ ਵੱਧ ਪੋਥੀਆਂ ਗੋਇੰਦਵਾਲ ਸਾਹਿਬ ਲਿਖੀਆਂ ਗਈਆਂ। ਕੋਈ ਐਸਾ ਸ਼ਬਦ ਨਾ ਹੋਵੇ ਜਿਹੜੀ ਮੂਲ ਪੋਥੀ ਵਿੱਚ ਉਹਦੀ ਖੁੱਸਿਆ ਹੋਵੇ, ਸ਼ਾਇਦ ਉੱਥੇ ਹੋਵੇ। ਤੀਜਾ ਕਾਰਨ ਵਿਦਵਾਨ ਦੱਸਦੇ ਹੈ ਵੀ ਜਿਹੜੀ ਬਾਬਾ ਸੁੰਦਰ ਜੀ ਦੀ ਰਚਨਾ ਰਾਮਕਲੀ ਸੱਧ, ਹੋ ਸਕਦਾ ਉਹਦੀ ਮੂਲ ਪੋਥੀ ਉੱਥੇ ਪਈ ਹੋਵੇ, ਅਤਾਰਾ ਇੱਧਰ ਹੋਵੇ। ਇਹਦਾ ਕੋਈ ਵੀ ਕਾਰਨ ਹੋ ਸਕਦਾ। ਮਤਲਬ ਗਏ ਨੇ ਵੀ ਕੋਈ ਇੱਕ ਸ਼ਬਦ, ਇੱਕ ਪੰਕਤੀ ਬਾਹਰ ਨਾ ਰਹਿ ਜਾਏ। ਬਾਣੀ ਦੇ ਸਤਿਕਾਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੀਵੇਂ ਹੋ ਕੇ ਚਲੇ ਗਏ। ਗੁਰੂ ਹੁੰਦੇ ਆ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਭੰਡਾਰ ਹੁੰਦੇ ਆ। ਗੁਰਬਾਣੀ ਦੇ ਇੱਕ ਵੀ ਅੱਖਰ ਨਾ ਬਾਹਰ ਰਹਿ ਜਾਏ ਮੂਲ ਰੂਪ 'ਚੋਂ, ਜਾਂ ਜਿਹੜਾ ਲਿਖਿਆ, ਉਹਦੇ ਲਈ ਫਿਰ ਮਾਰ ਸਾਹਿਬ ਗਏ ਸਨ। ਉਹਦੇ ਲਈ ਵਿਦਵਾਨ ਇਹ ਮੰਨਦੇ ਨੇ, ਭਾਵੇਂ ਉਹ ਪ੍ਰਭੂ ਉਸਤਤ ਵਿੱਚ ਮੋਹਣ ਤੇਰੇ ਉੱਚੇ ਮੰਦਰ ਮਹਿਲ ਪਾਰਾ ਦੀ ਗੱਲ ਕੀਤੀ ਹੋਵੇ, ਠੀਕ ਹੈ ਜੀ। ਅਤੇ ਇਸ ਕਰਕੇ ਉਹ ਪੋਥੀਆਂ ਫਿਰ ਬਾਬਾ ਮੋਹਣ ਜੀ ਅਤੇ ਜਾਂ ਬਾਬਾ ਸਾਹੰਸ ਰਾਮ ਜਿਹੜੇ ਉਦੋਂ ਮੌਜੂਦ ਨੇ, ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਇਹ ਕਾਰਜ ਦੀ ਗੱਲ ਦੱਸੀ, ਉਹਨਾਂ ਉਹ ਪੋਥੀਆਂ ਸਪੁਰਦ ਕਰ ਦਿੱਤੀਆਂ ਗਈਆਂ। ਪੋਥੀਆਂ ਗੋਇੰਦਵਾਲ ਸਾਹਿਬ ਤੋਂ ਜਿਹੜੀ ਪਾਲਕੀ 'ਚ ਲਿਆਂਦੀਆਂ ਗਈਆਂ, ਨੰਗੇ ਪੈਰੀਂ ਚੌਰ ਕਰਦੇ ਗੁਰੂ ਅਰਜਨ ਦੇਵ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ। ਅੰਮ੍ਰਿਤਸਰ ਸਾਹਿਬ ਜਦੋਂ ਪਾਲਕੀ 'ਚੋਂ ਪੋਥੀਆਂ ਉਹ ਵੀ ਆ ਗਈਆਂ। ਹੁਣ ਸਾਰੀ ਉਹਨਾਂ ਪੋਥੀਆਂ ਦੀ ਘੋਖ ਤੁਸੀਂ ਵੇਖੋ, ਕਿੱਡਾ ਵੱਡਾ ਕਾਰਜ ਹੈ। ਕਿੰਨੀਆਂ ਪੋਥੀਆਂ ਭਾਰਤ ਭਰ ਤੋਂ ਆਈਆਂ, ਜਿੱਥੇ ਜਿੱਥੇ ਗੁਰੂ ਸਾਹਿਬ ਗਏ। ਉਹ ਭਾਈ ਗੁਰਦਾਸ ਜੀ ਕਰਦੇ। 4 ਸਿੱਖਾਂ ਦਾ ਜ਼ਿਕਰ ਮਿਲਦਾ, ਭਾਈ ਮਨਸਾ ਚੰਦ ਜੀ, ਭਾਈ ਹਸਨਾ ਜੀ, ਇਹਨਾਂ ਸਿੱਖਾਂ ਦੇ ਸਮੇਤ। ਉਹ ਚਾਰਾਂ ਨੇ ਘੋਖ ਕੇ ਗੁਰਬਾਣੀ ਦੀਆਂ ਪੋਥੀਆਂ ਤਿਆਰ ਕੀਤੀਆਂ। ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਥਾਂ ਕਰ ਲਈ, ਗੁਰੂ ਸ਼੍ਰੀਰਾਂ ਦੀ ਬਾਣੀ ਕਰ ਲਈ, ਭਗਤਾਂ ਦੀ ਬਾਣੀ ਕਰ ਲਈ, ਹੋਰ ਬਾਣੀ ਕਰ ਲਈ। ਪ੍ਰਾਣ ਸੰਗਲੀ ਸੰਗਲਾਦੀਪ ਤੋਂ ਆਈ, ਜਿੱਥੋਂ ਦਾ ਰਾਜਾ ਸ਼ਿਵਨਾਵ ਸੀ, ਪਰ ਉਹਦੇ ਵਿੱਚੋਂ ਇੱਕ ਵੀ ਅੱਖਰ ਜਾਂ ਇੱਕ ਸ਼ਬਦ ਨਹੀਂ ਲਿਆ ਗਿਆ, ਕਿਉਂਕਿ ਉਹਦੇ ਵਿੱਚ ਕੋਈ ਲਿਖਤ ਗੁਰੂ ਸਾਹਿਬ ਦੀ ਨਹੀਂ ਸੀ। ਇੱਦਾਂ ਹੋਰ ਬਹੁਤ ਸਰੋਤਾਂ ਦੇ ਹਵਾਲੇ ਦਿੱਤੇ ਜਾ ਸਕਦੇ ਆ ਜਿਹੜੇ ਆਏ ਸਨ, ਜਿਹਦੇ 'ਚੋਂ ਕੋਈ ਸ਼ਬਦ ਨਹੀਂ ਲਿਆ। ਇੱਧਰੋਂ ਜਦੋਂ ਗੁਰਬਾਣੀ ਦੀਆਂ ਪੋਥੀਆਂ ਦੀ ਘੋਖ ਚੱਲਦੀ ਹੈ ਨਾ ਜੀ, ਅਸਲ ਵਿੱਚ ਅਸੀਂ ਹੋਰ ਪਾਸੇ ਚਲੇ ਜਾਂਦੇ। 1601 ਤੱਕ ਇਹ ਚੱਲਦੀ ਹੈ, ਅਕਤੂਬਰ ਜਾਂ ਸਤੰਬਰ ਤੱਕ। ਅਕਤੂਬਰ 1601 ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਹੁਕਮ 'ਤੇ ਰਾਮਸਰ ਸਾਹਿਬ ਦੇ ਸਥਾਨ 'ਤੇ ਸ਼ਮਿਆਨਾ ਲਾ ਕੇ ਲਿਖਣ ਦੀ ਤਿਆਰੀ ਹੋਣੀ ਹੈ। ਅਗਲੀ ਗੱਲ, ਬਾਬਾ ਬੁੱਢਾ ਸਾਹਿਬ ਦੀ ਕਿੰਨੀ ਵਡਿਆਈ ਹੈ। ਗੁਰੂ ਅਰਜਨ ਦੇਵ ਸਾਹਿਬ ਦਾ ਹਰਿਮੰਦਰ ਸਾਹਿਬ ਤਿਆਰ ਹੋ ਗਿਆ। ਗੁਰੂ ਸਾਹਿਬ ਬਾਹਰ ਬਹਿ ਕੇ ਉਪਦੇਸ਼ ਦਿੰਦੇ ਰਹੇ। ਫਿਰ ਯਾਦ ਰੱਖੋ, ਹਰਿਮੰਦਰ ਸਾਹਿਬ 'ਚ ਨਹੀਂ, ਹਰਿਮੰਦਰ ਸਾਹਿਬ ਅੰਦਰ ਕੇਵਲ ਸ਼ਬਦ ਦਾ ਹੀ ਪ੍ਰਕਾਸ਼ ਹੋਇਆ। ਉਹਦਾ ਆਪਾਂ ਜ਼ਿਕਰ ਅੱਗੇ ਸੰਖੇਪ ਕਰਾਂਗੇ। ਜਦੋਂ ਭਾਈ ਗੁਰਦਾਸ ਜੀ ਉੱਥੇ ਬੈਠ ਗਏ, ਇੱਧਰ ਸਾਰੀ ਸੇਵਾ ਜਿਹੜੀ ਹਰਿਮੰਦਰ ਸਾਹਿਬ ਦੀ, ਉਹ ਗੁਰੂ ਅਰਜਨ ਦੇਵ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਸੰਭਾਈ ਸੀ। ਮਤਲਬ ਲਗਭਗ ਪੌਣੇ 3 ਸਾਲ ਹਰਿਮੰਦਰ ਸਾਹਿਬ ਦੇ ਅੰਦਰ ਜਾਂ ਇਹ ਸਾਰੀ ਸੇਵਾ ਬਾਬਾ ਬੁੱਢਾ ਸਾਹਿਬ ਕਰਦੇ ਰਹੇ। ਆਈ ਸੰਗਤ ਨੂੰ ਵੀ ਗੁਰੂ ਸਾਹਿਬ ਨੇ ਸਾਨੂੰ ਮਿਲਦਾ, ਉਹ ਵੀ ਬਾਬਾ ਬੁੱਢਾ ਸਾਹਿਬ ਵੀ ਉਪਦੇਸ਼ ਤੇ ਆਦੇਸ਼ ਗੁਰੂ ਦੇ ਸਿਧਾਂਤਾਂ ਦਾ ਸੰਗਤ ਨੂੰ ਦਿੰਦੇ ਰਹੇ। ਉੱਧਰ ਜਦੋਂ ਭਾਈ ਗੁਰਦਾਸ ਜੀ ਨੂੰ ਲਿਖਦੇ ਆ, ਇਹ ਜਿਹੜੇ ਛੱਜੂ, ਕਾਨ੍ਹਾ, ਪੀਲੂ, ਇਹ ਉਦੋਂ ਨਹੀਂ ਆਏ।
ਅਸੀਂ ਕਹਿੰਦੇ ਉਹ ਲਿਖ ਰਹੇ ਸੀ ਤੂੰ ਆਏ। ਇਹ ਉਦੋਂ ਅੱਜ ਤੋਂ ਪੋਥੀਆਂ ਦੀ ਘੋਖ ਚੱਲਦੀ ਸੀ, ਜਿਹੜੀ ਗੱਲ ਤਾਂ ਮੈਂ ਤੁਹਾਨੂੰ ਲਿਆਉਣਾ 1601 ਤੋਂ ਪਹਿਲਾਂ, ਕਿਉਂਕਿ ਟਾਈਮ ਪੀਰੀਅਡ ਦਿੱਤਾ ਨਾ ਵੀ ਹੁਣ ਇੰਨੇ ਟਾਈਮ ਤੱਕ ਆ ਸਕਦਾ। ਜਦੋਂ ਲਿਖਣਾ ਹੀ ਆਰੰਭ ਹੋ ਗਿਆ, ਲਿਖਣ ਵਿੱਚ ਤਾਂ ਹੋਰ ਆ ਜਾਣਗੇ ਤੇ ਲਿਖਣ ਦਾ ਕਾਰਜ ਕਿੱਦਾਂ ਹੋਣਾ ਸੀ। ਉਹ ਤਾਂ ਸਿਰਫ ਉਦੋਂ ਐਨ ਸ਼ੁੱਧ ਕੇ ਸ਼ੋਧ ਕਰਕੇ ਘੋਖ ਕੇ ਜਿਹੜੀਆਂ ਪੋਥੀਆਂ ਇਕੱਤਰ ਕਰੀ, ਉਦੋਂ ਤਾਂ ਇਕੱਲਾ ਲਿਖਣ ਕਾਰਜ ਹੋਇਆ ਇੰਨੇ ਟਾਈਮ ਵਿੱਚ। ਉਹਦੇ ਦਰਮਿਆਨ ਫਿਰ ਜਿਹੜੀਆਂ ਪੋਥੀਆਂ ਆਈਆਂ, ਛੱਜੂ ਆਇਆ, ਕਾन्हा ਸੀ ਇਹ ਜਿਹੜਾ ਅੱਗੇ ਜਾ ਕੇ ਆਪਾਂ ਪੜ੍ਹਨ, ਜਿਹੜਾ ਚੰਦੂ ਸੀ ਜਿਹਨੇ ਗੁਰੂ ਅਰਜਨ ਦੇਵ ਸਿੰਘ ਨੂੰ ਸ਼ਹੀਦ ਕਰਾਉਣ 'ਚ ਯੋਗਦਾਨ ਪਾਇਆ, ਇਹ ਦੁਸ਼ਟ ਕਰਮ ਕੀਤਾ, ਇਹ ਉਹਦੇ ਤਾਏ ਦਾ ਲੜਕਾ ਸੀ, ਇਹ ਚਾਚੇ ਤਾਏ ਦੇ ਪੁੱਤਰ ਸਨ। ਅਤੇ ਕਾन्हे ਨੇ ਕਿਹਾ ਵੀ ਜੇ ਤੁਸੀਂ ਮੇਰੇ ਅੱਖਰ ਸ਼ਬਦ ਨਾ ਲਿਖੇ ਕਿ ਮੈਂ ਰਹਿਣ ਤੁਹਾਡਾ ਵੀ ਇਹ ਗ੍ਰੰਥ ਨਹੀਂ ਦੇ ਰਿਹਾ ਉਹਨੇ ਸ਼ਬਦ ਵਰਤੇ। ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਸ਼ਬਦ ਕਹੇ ਸੀ, ਉਹ ਕਹਿੰਦੇ ਜਿਹਦੀ ਬਾਣੀ ਹੈ ਇਹ ਉਹ ਆਪੇ ਕਾਰਜ ਕਰੇਗਾ, ਅਸੀਂ ਆਪਣੀ ਸੇਵਾ ਕਰ ਦੇਣੀ, ਵੀ ਰਵੇ ਨਾ ਰਵੇ ਇਹ ਉਹਦੀ ਮਰਜ਼ੀ। ਵੇਖੋ ਗੁਰੂ ਸਾਹਿਬ ਦਾ ਭਰੋਸਾ। ਪਰ ਇੱਕ ਗੱਲ ਚੇਤੇ ਰੱਖਿਓ ਜੀ, ਜਦੋਂ ਤੋਂ ਇਹ ਗ੍ਰੰਥ ਸਾਹਿਬ ਪੋਥੀ ਸਾਹਿਬ ਦੀ ਸੰਪਾਦਨਾ ਹੋਣੀ ਗੁਰੂ ਗ੍ਰੰਥ ਸਾਹਿਬ ਦੀ, ਪਹਿਲਾ ਮੱਥਾ ਕਾन्हे ਨੇ ਲਾਇਆ ਇਹ ਕਹਿ ਕੇ ਵੀ ਜੇ ਮੇਰੇ ਸ਼ਬਦ ਨਾ ਲਿਖੇ ਮੈਂ ਬਾਣੀ ਨਹੀਂ ਰਹਿਣ ਦੇਣੀ। ਪਰ ਕਾन्हे ਵਰਗੇ ਲੱਖਾਂ ਖਤਮ ਹੋ ਗਏ, ਗੁਰਬਾਣੀ ਦੀਆਂ ਗੂੰਜਾਂ ਅੱਜ ਵੀ ਪੈਂਦੀਆਂ ਨੇ। ਕਾन्हा ਜਦੋਂ ਇੱਥੋਂ ਮੁੜਿਆ ਨਾ ਜੀ, ਰਸਤੇ 'ਚ ਘੋੜਾ ਤ੍ਰਿਭਕਿਆ, ਉਹ ਵੀ ਨਾਲ ਜੋੜ ਦਈਏ ਆਪਾਂ, ਪੈਰ ਕਾਬ ਵਿੱਚ ਫਸਿਆ ਅਤੇ ਘੜੀਸੀ ਦਾ ਮਰ ਗਿਆ। ਇਹਦਾ ਮਤਲਬ ਜਿਹਨੇ ਗੁਰਬਾਣੀ ਵੱਲ ਅੱਜ ਤੱਕ ਉਂਗਲ ਕੀਤੀ ਹੈ, ਮੱਥਾ ਲਾਇਆ, ਕਿਸੇ ਰੂਪ ਵਿੱਚ ਹੀ ਕਰਤਾਪ ਖੁਆਏ ਵਾਲੀ ਗੱਲ ਉਹਦੇ ਨਾਲ ਬਣੀ। ਇੱਧਰੋਂ ਜਦੋਂ ਸਾਰਾ ਕਾਰ ਸੰਪन्न ਹੋ ਗਿਆ, ਫਿਰ ਭਾਈ ਗੁਰਦਾਸ ਸਾਹਿਬ ਨੇ, ਹੁਣ 4 ਸਿੱਖ ਹੋਰ ਵੀ ਸੀ, ਅਗਲੀ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ ਤੁਹਾਨੂੰ, ਉਹਨਾਂ ਨੂੰ ਕਿਉਂ ਨਹੀਂ ਲਿਖਾਰੀ ਲਾਇਆ? ਇੱਥੋਂ ਪਤਾ ਲੱਗਦਾ ਕਿ ਸਭ ਤੋਂ ਵੱਧ ਵਿਦਵਾਨ ਗੁਰੂ ਦੀ ਬਖਸ਼ਿਸ਼ ਵਾਲੇ ਭਾਈ ਗੁਰਦਾਸ ਜੀ ਸਨ, ਨੇ ਦੂਜੇ ਸਿੱਖ ਵੀ ਲੱਗ ਸਕਦੇ ਸਨ। ਭਾਈ ਗੁਰਦਾਸ ਸਾਹਿਬ ਜੀ ਹੁਣ ਜਦੋਂ ਲਿਖਾਰੀ ਲੱਗਦੇ ਆ, ਗੁਰੂ ਅਰਜਨ ਦੇਵ ਸਾਹਿਬ ਜੀ ਬੈਠਦੇ, ਭਾਈ ਗੁਰਦਾਸ ਸਾਹਿਬ ਲਿਖਦੇ ਆ। ਇੱਥੇ 2 ਗੱਲਾਂ ਕਹਿਣੀਆਂ। ਅੱਜ ਵਾਲਾ ਯੁੱਗ ਤੇ ਹੈ ਨਹੀਂ ਸੀ ਵੀ ਪ੍ਰਿੰਟ ਮੀਡੀਆ ਸੀ, ਜਾਂ ਕੰਪਿਊਟਰ 'ਤੇ ਲਿਖ ਲਿਆ, ਕੀਬੋਰਡ 'ਤੇ ਲਿਖ ਲਿਆ, ਜਾਂ ਕਲਮ ਨਾਲ ਲਿਖ ਲਿਆ, ਪੈਨ ਨਾਲ ਲਿਖ ਲਿਆ। ਕਲਮਾਂ ਹੁੰਦੀਆਂ ਸੀ ਕਾਨੀ ਦੀਆਂ ਬਣੀਆਂ, ਅਤੇ ਕਾਨੀ ਦੀਆਂ ਕਲਮਾਂ ਨਾ ਜੀ ਪੁਰਾਤਨ ਸਰੂਪਾਂ ਦਾ ਜ਼ਿਕਰ ਕਦੇ ਵਿਸਤਾਰ ਨਾਲ ਵੇਖਣ ਦੀ ਲੋੜ ਹੈ। ਇੱਕੋ ਜਿਹਾ ਸਾਈਜ਼ ਮਿਲੇਗਾ ਤੁਹਾਨੂੰ ਅੱਖਰਾਂ ਦਾ, ਅਤੇ ਕਲਮ ਲਿਖਦਿਆਂ ਲਿਖਦਿਆਂ ਘੱਸਦੀ ਹੈ। ਦੂਜੇ 4 ਸਿੱਖਾਂ ਦਾ ਕਾਰਜ ਸੀ ਉਹ ਕਲਮਾਂ ਵੀ ਘੜਦੇ ਸਨ। ਕਲਮ ਦਾ ਵੇਖੋ ਘੜਨੀ ਚਾਕੂ ਨਾਲ, ਅਤੇ ਸਾਈਜ਼ ਇੱਕੋ ਜਿਹਾ ਰੱਖਣਾ, ਕੋਈ ਸਾਂਚਾ ਨਹੀਂ ਸੀ ਬਣਿਆ ਹੁੰਦਾ। ਜਦੋਂ ਲੱਗਣਾ ਵੀ ਘੱਸਣ ਲੱਗ ਪਈ ਹੈ, ਉਹਦਾ ਆਕਾਰ ਛੋਟਾ ਹੋਏਗਾ, ਕਲਮ ਰੱਖਦੇ ਨਹੀਂ। ਛਾਈ ਦੀ ਮਾਤਰਾ ਵੀ ਉੱਦਾਂ ਦੀ ਹੋਣੀ, ਕਲਮ ਵੀ ਉੱਦਾਂ ਦੀ ਹੋਣੀ। ਮੇਰੇ ਕਹਿਣ ਤੋਂ ਮਤਲਬ ਕਿੱਡਾ ਸੰਘਰਸ਼ ਵਾਲਾ ਅਤੇ ਵੱਡਾ ਕਾਰਜ ਸੀ। ਭਾਈ ਗੁਰਦਾਸ ਸਾਹਿਬ ਲਿਖਦੇ ਆ, ਫਿਰ ਲਿਖਣ ਤੋਂ ਬਾਅਦ ਇਕੱਲੇ ਇਕੱਲੇ ਅੱਖਰ ਦਾ ਧਿਆਨ, ਅਤੇ 2-3 ਵਾਰ ਅਸੀਂ ਇਹ ਮੋਹਰ ਵੀ ਪੜ੍ਹਦੇ ਹਾਂ, ਸ਼ੁੱਧ ਜਾਂ ਸ਼ੁੱਧ ਕੀਚਾ। ਉਹਦਾ ਮਤਲਬ ਵੀ ਇਹਦੇ 'ਚ ਕਿਸੇ ਸੁਧਾਈ ਦੀ ਗੁੰਜਾਇਸ਼ ਨਹੀਂ, ਸ਼ੁੱਧ ਕੀਚੇ, ਸ਼ੁੱਧ ਕੀਤਾ ਹੋਇਆ। ਭਾਵ ਜਿਹੜੇ ਪੁਰਾਤਨ ਖਰੜੇ ਨੇ ਉਹਦੇ ਨਾਲ ਭਾਈ ਗੁਰਦਾਸ ਜੀ ਇਹਨੂੰ ਸਾਰੀ ਨੂੰ ਮਿਲਾ ਚੁੱਕੇ ਨੇ। ਹਾਂ, ਬਾਣੀ ਦੀ ਗੱਲ ਹੀ ਕਰਦੇ ਆਪਾਂ ਇੱਥੇ, ਅਤੇ ਮਿਲੇਗਾ ਤੁਹਾਨੂੰ ਕੱਲੀਆਂ ਵਾਰਾਂ 'ਚ, ਉਹਦੇ ਵਾਰਾਂ ਦੀ ਧੁਨੀ ਉਹਦੇ ਕਰਕੇ ਵੱਖਰੀ ਗੱਲ ਆ ਵੀ ਇਹਦੇ 'ਚ ਕੋਈ ਹੋਰ ਜਾਂ ਕਿਸੇ ਤਰਜ ਦੀ ਜਾਂ ਕਿਸੇ ਟਿਊਨ ਦੀ ਸੰਭਾਵਨਾ ਨਹੀਂ, ਸ਼ੁੱਧ ਕੀਚਾ। ਇੱਦਾਂ ਫਿਰ ਭਾਈ ਗੁਰਦਾਸ ਜੀ ਜਦੋਂ ਲਿਖਦੇ ਗਏ, 1601 ਦੇ ਅਕਤੂਬਰ ਤੋਂ ਲੈ ਕੇ 15 ਅਗਸਤ 1604 ਆ ਗਿਆ, ਸਾਰੀ ਬਾਣੀ ਇਕੱਤਰ ਹੁੰਦੇ ਆ। ਇਹਦੇ ਅੰਦਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਾਅਦ ਚੜ੍ਹਦੀ, ਤੁਸੀਂ ਜਾਣਦੇ ਹੋ। ਔਰ ਮੈਂ ਖੁਲਾਸਾ ਕਰਦਿਆਂ ਰਾਗਮਾਲਾ ਪਹਿਲਾਂ ਹੀ ਦਰਜ ਹੈ, ਉਹ ਪੁਰਾਤਨ ਸਰੂਪ ਤੁਸੀਂ ਕਰਤਾਰਪੁਰੀ ਬੀੜ ਵੇਖ ਸਕਦੇ ਹੋ। ਹੋਰ ਬਹੁਤ ਹਵਾਲੇ ਨੇ ਜੀ ਆਪਣੇ ਕੋਲ, ਆਪਾਂ ਜ਼ਿਕਰ ਸ਼ਾਇਦ ਨਾ ਕਰ ਪਾਈਏ। ਜਦੋਂ ਇਹ ਸਰੂਪ ਲਿਖਿਆ ਗਿਆ, 3 ਗੱਲਾਂ ਮੈਂ ਤੁਹਾਨੂੰ ਹੋਰ ਇੱਥੇ ਕਹਿਣੀਆਂ ਜਿਹੜੀਆਂ ਬੜੀਆਂ ਜ਼ਰੂਰੀ ਨੇ। ਉਹ ਇਹ ਹੈ, ਸਾਰੇ ਧਾਰਮਿਕ ਗ੍ਰੰਥ ਬੜੇ ਸਤਿਕਾਰਯੋਗ ਨੇ, ਸਾਰਿਆਂ ਦੇ ਇਸ਼ਟ, ਸਾਰਿਆਂ ਦੇ ਮੁਕੱਦਸ ਨੇ, ਸਾਰੇ ਪੂਜਨਯੋਗ ਨੇ। ਪਰ ਇੱਕ ਵਿਸ਼ੇਸ਼ਤਾ ਹੈ ਗੁਰੂ ਗ੍ਰੰਥ ਸਾਹਿਬ ਦੀ, ਵਿਸ਼ੇਸ਼ਤਾਵਾਂ ਬਹੁਤ ਨੇ। ਪਹਿਲੀ ਗੱਲ ਤਾਂ ਸਾਰੇ ਧਾਰਮਿਕ ਗ੍ਰੰਥ ਇੱਕ ਭਾਸ਼ਾ 'ਤੇ ਜ਼ੋਰ ਦਿੰਦੇ। ਇਸਲਾਮ ਕਹਿੰਦਾ ਅੱਲਾ ਦੀ ਬੋਲੀ ਅਰਬੀ ਹੈ, ਸਨਾਤਨੀ ਮਤ ਕਹਿੰਦਾ, ਬ੍ਰਾਹਮਣ ਸੱਜਣ ਕਹਿੰਦਾ ਦੇਵਤਿਆਂ ਦੀ ਭਾਸ਼ਾ ਸੰਸਕ੍ਰਿਤ ਹੈ, ਧੰਮਪਦ ਬੋਧੀ ਕਹਿੰਦੇ ਆ ਰੱਬ ਦੀ ਬੋਲੀ, ਭਗਵਾਨ ਦੀ ਬੋਲੀ, ਮਹਾਤਮਾ ਦੀ ਬੋਲੀ ਪਾਲੀ ਹੈ। ਠੀਕ ਹੈ ਜੀ। ਸੂਫੀ ਕਹਿੰਦੇ ਫਾਰਸੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਦੀ ਇੱਕੋ ਹੀ ਬੋਲੀ ਹੈ, ਦੂਜੀ ਕੋਈ ਬੋਲੀ ਨਹੀਂ, ਉਹ ਹੈ ਪ੍ਰੇਮ, ਭਾਖਿਆ, ਭਾਖਾ ਜੀਵ ਨੂੰ ਕਹਿੰਦੇ ਨੇ। ਜੋ ਜੀਵ ਤੋਂ ਬੋਲਿਆ ਜਾਏ ਉਹਨੂੰ ਭਾਖਿਆ ਕਹਿੰਦੇ ਸੀ, ਭਾਖਾ ਜੀਵ ਤੋਂ ਬੋਲਿਆ ਹੋਇਆ। ਇਹ ਤੋਂ ਹੀ ਪੰਜਾਬੀ ਰੂਪਾਂਤਰ ਹੋ ਕੇ ਬਣਿਆ ਭਾਖਾ ਤੋਂ ਭਾਸ਼ਾ। ਰੱਬ ਦੀ ਬੋਲੀ ਪ੍ਰੇਮ ਹੈ। ਅਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ, ਵੇਖੋ ਜ਼ਿਕਰ ਕਰੀਏ ਟਾਈਮ ਚਾਹੀਦਾ, ਕੁਰਾਨ ਮਜੀਦ ਅਰਬੀ ਹੈ, ਵੇਦ ਸ਼ਾਸਤਰ ਸੰਸਕ੍ਰਿਤ ਹੈ, ਧੰਮਪਦ ਸਾਰੇ ਪਾਲੀ ਬੋਲੀ 'ਚ ਨੇ, ਓਲਡ ਨਿਊ ਟੈਸਟਾਮੈਂਟ ਅਸਾਈਅਤ ਦੇ ਇੰਗਲਿਸ਼ ਵਿੱਚ ਨੇ। ਇੱਦਾਂ ਤੁਸੀਂ ਵੇਖੋਗੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ 17 ਭਾਸ਼ਾਵਾਂ ਨੇ, ਖੇਤਰੀ ਨੇ, ਕੁਝ ਦਿਸ਼ਾਈ ਨੇ, ਜਿਵੇਂ ਅਰਬੀ ਫਾਰਸੀ ਹੈ ਜਾਂ ਖੇਤਰੀ ਆ ਜਾਂਦੀਆਂ ਦੇਸ਼ ਦੀਆਂ। ਇਹ ਤੋਂ ਬਾਅਦ ਰੱਬ ਦੇ ਨਾਮ, ਸਾਰੀ ਕੁਰਾਨ ਮਜੀਦ 'ਚ ਅੱਲਾ ਦਾ ਜ਼ਿਕਰ ਆਏਗਾ। ਦੂਜੇ ਪਾਸੇ ਵੇਦ ਸ਼ਾਸਤਰਾਂ 'ਚ ਅੱਲਾ ਨਹੀਂ ਮਿਲੇਗਾ, ਉੱਧਰ ਤੁਹਾਨੂੰ ਖੁਦਾ ਨਹੀਂ ਮਿਲੇਗਾ। ਈਸਾਈਅਤ ਵਿੱਚ ਇਹਦੇ ਸਾਰੇ ਨਾਮ ਨੇ,
ਹਉ ਬਲਿਹਾਰੇ ਜਾਉ ਜੇ ਤੇ ਤੇਰੇ ਨਾਲ। ਨਾ ਭਾਸ਼ਾ ਨਾਲ ਵਿਰੋਧ, ਨਾ ਰੱਬ ਦੇ ਨਾਮ ਨਾਲ ਵਿਰੋਧ, ਨਾ ਇਲਾਕੇ ਦਾ ਵਿਰੋਧ। ਪਾਕਪਟਨ ਦੇ ਬਾਬਾ ਫਰੀਦ ਸਾਹਿਬ ਵੀ ਬੈਠੇ ਆ, ਬੰਗਾਲ ਦੇ ਰਹਿਣ ਵਾਲੇ ਜੈਦੇਵ ਜੀ ਵੀ ਬੈਠੇ। ਸਭ ਨੂੰ ਬਰਾਬਰ ਥਾਂ ਦੇ ਕੇ ਸਾਰੇ ਰੱਬ ਦੇ ਨਾਮਾਂ ਨੂੰ ਤੋਂ ਭੇਦਭਾਵ ਤੋਂ ਐਨ ਬਿਲਕੁਲ ਕਿਤੇ ਤੋਂ ਕਿਤੇ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਬਿਲਕੁਲ ਜੀ। ਜਾਂ ਜੋ ਵੀ ਇਨਸਾਨ ਨੇ ਜਾਂ ਜੋ ਪੀਰ ਪੈਗੰਬਰ ਹੋਏ ਜਿਨ੍ਹਾਂ ਨੇ ਰੂਹਾਨੀਅਤ ਦੇ ਨਾਲ ਉਸ ਪਰਮਾਤਮਾ ਬਸ ਉਸਤਤ ਕੀਤੀ, ਗੱਲ ਹਾਂ ਬਰਾਬਰ ਦਾ ਗੱਲ ਇਹ ਹੈ ਜਦੋਂ ਇਹ ਸਾਰਾ ਹੋ ਗਿਆ ਜੀ, ਅਗਲੀ ਗੱਲ ਆਪਾਂ ਇੰਨੀ ਕਰ ਪਾਵਾਂਗੇ। ਹੁਣ ਜਦੋਂ ਤਿਆਰ ਹੋਇਆ ਸਰੂਪ ਉਹਦੇ 15 ਅਗਸਤ 1604 ਸੀ, ਜਿਹੜਾ ਭਾਈ ਗੁਰਦਾਸ ਨੇ ਸਰੂਪ ਲਿਖਿਆ ਨਾ, ਉਹਦੇ ਪੁਰਾਤਨ ਸਰੂਪ ਜਿਹੜੇ ਹੁੰਦੇ ਨਾ ਅਜੇ ਤੱਕ ਵੀ, ਉਹਨਾਂ 'ਤੇ ਤੁਹਾਨੂੰ ਮੂਹਰੇ ਸਾਰਾ ਕੁਝ ਲਿਖਿਆ ਮਿਲੇਗਾ। ਭਾਈ ਗੁਰਦਾਸ ਜੀ ਨੇ ਸਰੂਪ ਲਿਖਿਆ, ਉਹਦੇ ਮੂਹਰੇ ਲਿਖਿਆ ਹੋਇਆ ਕਿ ਭਾਦਰੋਂ ਵਦੀ ਏਕਮ ਸੰਮਤ 1661, ਭਾਦਰੋਂ ਵਦੀ ਏਕਮ ਪੋਥੀ ਲਿਖ ਪਹੁੰਚੇ, ਕੁੱਲ ਬਾਬੇ ਕੇ ਪੱਤਰੇ 974। ਮਤਲਬ ਪੂਰੀ ਗੱਲ ਲਿਖੀ ਜਾਂਦੀ ਸੀ ਵੀ ਇਹ ਗ੍ਰੰਥ ਦੇ ਪੱਤਰੇ ਇੰਨੇ ਆ, ਇੰਨੀ ਤਰੀਕ ਨੂੰ ਲਿਖਣ ਲੱਗੇ ਸੀ, ਇੰਨੀ ਨੂੰ ਲਿਖਿਆ ਗਿਆ। ਹੁਣ ਸਾਡੇ ਨੇ ਪੁਰਾਤਨ ਸਰੂਪ ਕੋਈ ਪੜ੍ਹਨਾ ਹੀ ਨਹੀਂ, ਕੋਈ ਵੇਖਣਾ ਹੀ ਨਹੀਂ। ਉੱਦਾਂ ਹੀ ਜਿਹੜੇ ਵਿਵਾਦ ਨੇ ਪੰਥ ਅੰਦਰ ਹੋਰ ਵੀ ਹੈ ਕੋਈ ਨਹੀਂ, ਇਹ ਆਪਣੀਆਂ ਰੋਟੀਆਂ ਲਈ ਪੈਦਾ ਕੀਤੇ ਹੋਏ ਨੇ। ਮੈਂ ਮਾਫੀ ਚਾਹੁੰਦਾ ਇਸ ਗੱਲ, ਇਸ ਕਰਕੇ ਤਰੀਕ ਵੀ ਲਿਖੀ ਗਈ, ਪੱਤਰੇ ਵੀ ਲਿਖੇ ਗਏ, ਸਾਰਾ ਕੁਛ। ਉਦੋਂ ਸੀ 15 ਅਗਸਤ 1604। ਅਗਲੇ ਜਿਹੜੇ 14 ਦਿਨ ਲੱਗੇ ਉਹ ਲੱਗੇ ਜਲਦ ਬੰਨ੍ਹਣ ਲਈ ਅਤੇ ਤਤਕਰਾ ਲਿਖਣ ਲਈ। ਗੁਰਸਿੱਖਾਂ ਜਲਦ ਬੰਨੀ, ਤਤਕਰਾ ਭਾਈ ਗੁਰਦਾਸ ਜੀ ਨੇ ਲਿਖਿਆ। ਅੱਜ ਇੰਡੈਕਸ ਨੇ ਸਾਡੇ ਕੋਲ ਜਿਹਨੂੰ ਆਪਾਂ ਤਤਕਰਾ ਕਹਿੰਦੇ, ਅਤੇ ਉਹ ਵੇਖੋ ਉਹਨਾਂ ਟਾਈਮਾਂ 'ਚ ਹੱਥ ਨਾਲ ਤਤਕਰਾ ਲਿਖਣਾ, ਕਿਹੜਾ ਸ਼ਬਦ ਕਿੰਨੇ ਅੰਗ 'ਤੇ ਹੈ, ਕਿਹੜਾ ਰਾਗ ਕਿੰਨੇ ਅੰਗ 'ਤੇ ਸ਼ੁਰੂ ਹੁੰਦਾ, ਕਿੱਡੀ ਵੱਡੀ ਸੇਵਾ। ਇਹ ਸਾਰੀ ਸੇਵਾ ਕਰਕੇ 29 ਅਗਸਤ 1604 ਨੂੰ ਉਸ ਸਮੇਂ ਜਿਹੜੀ ਅੰਗਰੇਜ਼ੀ ਤਰੀਕ ਬਣਦੀ ਹੈ, ਉਹ ਭਾਈ ਸਾਹਿਬ ਜੀ ਸਰੂਪ ਤਿਆਰ ਹੋ ਗਿਆ, ਪੋਥੀ ਪਰਮੇਸ਼ਰ ਕਾ ਥਾਨ ਤਿਆਰ ਹੋ ਗਿਆ। ਇਹਦੇ ਵਰਗਾ ਨਾ ਤਾਂ ਕੋਈ ਕਵ ਰੂਪ ਹੈ, ਨਾ ਕੋਈ ਗ੍ਰੈਮਰ ਰੂਪ ਹੈ, ਨਾ ਕੋਈ ਪਿੰਗਲ ਦੀ ਗੱਲ। ਜਿਹੜੇ ਪਾਸਿਓਂ ਲਾਓਗੇ ਪੂਰੇ ਕਾ ਕੀ ਆ, ਸਭ ਕੁਛ ਪੂਰਾ ਹੈ। 30 ਅਗਸਤ ਦਾ ਦਿਨ ਚੜ੍ਹਦਾ, ਅੰਮ੍ਰਿਤ ਵੇਲਾ ਹੁੰਦਾ। ਬਾਬਾ ਬੁੱਢਾ ਸਾਹਿਬ ਦੇ ਸ਼ੀਸ਼ 'ਤੇ ਸਰੂਪ ਹੈ। ਸ਼੍ਰੀ ਰਾਮਸਰ ਸਾਹਿਬ ਦੇ ਸਥਾਨ ਤੋਂ ਚੌਰ ਸਾਹਿਬ ਫਿਰ ਗੁਰੂ ਅਰਜਨ ਦੇਵ ਸਾਹਿਬ ਕਰਦੇ। ਇੱਕ ਨੁਕਤਾ ਵੇਖਿਓ, ਜਿਹਦੇ ਘਰੇ ਗੁਰੂ ਗ੍ਰੰਥ ਸਾਹਿਬ ਜਾਣਾ ਹੋਵੇ ਸਰੂਪ ਉਹਦੇ ਸਿਰ 'ਤੇ ਹੁੰਦਾ, ਚੌਰ ਪਾਠੀ ਸਾਹਿਬ ਕਰਦਾ ਹੁੰਦਾ, ਗ੍ਰੰਥੀ ਸਿੰਘ ਕਰਦਾ ਨਾ। ਅੱਜ ਗੁਰੂ ਰਾਮਦਾਸ ਸਾਹਿਬ ਦਾ ਘਰ ਗੁਰੂ ਅਰਜਨ ਦੇਵ ਸਾਹਿਬ ਦਾ ਘਰ ਹੈ ਨਾ, ਸਰੂਪ ਉੱਥੇ ਜਾਣਾ, ਸਰੂਪ ਆਪਣੇ ਸਿਰ 'ਤੇ ਲੈਂਦੇ ਤੇ ਸ਼ਾਇਦ ਲੋਕਾਂ ਨੂੰ ਲੱਗਦਾ ਇਹ ਇਕੱਲਾ ਗੁਰੂ ਦਾ ਹੀ ਘਰ ਹੈ ਅਤੇ ਗੁਰੂ ਦਾ ਹੀ ਸਰੂਪ ਨਹੀਂ। ਉਹ ਬਾਬਾ ਬੁੱਢਾ ਸਾਹਿਬ ਦੇ ਸ਼ੀਸ਼ 'ਤੇ ਰੱਖਿਆ, ਚੌਰ ਸਾਹਿਬ ਆਪ ਕੀਤਾ। ਅਤੇ ਇੱਥੋਂ ਇੱਕ ਸੇਧ ਲੈਣ ਦੀ ਲੋੜ, ਅਸੀਂ ਪਹਿਲਾ ਪ੍ਰਕਾਸ਼ ਪੁਰਬ ਜੇ ਮਨਾਉਣੇ ਨਾ, ਅਤੇ ਸੋਚਣ ਦੀ ਲੋੜ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਤੁਰਨ ਲਈ ਅਸੀਂ ਤਿਆਰ ਨਹੀਂ, ਲਿਜਾਨੇ ਆ ਮਜਬੂਰੀ, ਬਸ ਕੰਮ ਹੋ ਗਿਆ ਅਤੇ ਬਾਬੇ ਨੂੰ ਕਹਿੰਦੇ ਤੂੰ ਆਪੇ ਬੰਦੇ ਲੈ ਜਾ ਜਿਹੜੇ ਮਰਜ਼ੀ। ਇਹ ਤਾਂ ਉਹ ਬਾਣੀ ਜਿਹਦੇ ਪਿੱਛੇ ਗੁਰੂ ਅਰਜਨ ਦੇਵ ਸਾਹਿਬ 2 ਵਾਰ ਤੁਰੇ, ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਆਏ, ਅੱਜ ਪਾਵਨ ਸਰੂਪ ਦੇ ਪਿੱਛੇ ਆਏ ਹਰਿਮੰਦਰ ਸਾਹਿਬ। ਜਦੋਂ ਹਰਿਮੰਦਰ ਸਾਹਿਬ ਸਰੂਪ ਆਇਆ ਤੁਸੀਂ ਸੁਣਦੇ ਹੋ, ਅਤੇ ਬਾਬਾ ਬੁੱਢਾ ਸਾਹਿਬ ਸਰੂਪ, ਕਿਉਂਕਿ ਪੋਥੀਆਂ ਤੋਂ ਪਹਿਲਾਂ ਵੀ ਇੱਦਾਂ ਸੇਵਾ ਹੁੰਦੀ ਸੀ, ਰੱਖ ਕੇ ਪਿੱਛੇ ਹਟਣ ਲੱਗੇ ਅਤੇ ਗੁਰੂ ਸਾਹਿਬ ਨੇ ਬਾਂਹ ਫੜ ਕੇ ਕਿਹਾ ਆਪਾਂ ਬਚਨ ਵਿਦਵਾਨਾਂ ਤੋਂ ਸੁਣਦੇ, ਬੁੱਢਾ ਸਾਹਿਬ ਖੋਲ੍ਹੋ ਆਪ ਗ੍ਰੰਥ ਲਿਖੋ ਆਵਾਜ਼ ਸੁਣਿਆ ਸਭ ਪੰਥ। ਪਹਿਲਾਂ ਕਿਹਾ ਵੀ ਬਾਬਾ ਬੁੱਢਾ ਸਾਹਿਬ ਨੇ ਕਹਿਣ ਲੱਗੇ ਨਹੀਂ ਤੁਸੀਂ, ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਨਹੀਂ ਤੁਸੀਂ। ਕਾਰਨ ਹਰਿਮੰਦਰ ਸਾਹਿਬ ਫਿਰ ਚੇਤੇ ਰੱਖਿਓ, ਗੁਰੂ ਸਾਹਿਬ ਨੇ ਬੰਨ ਤੋਂ ਲੈ ਕੇ ਕਦੇ ਹਰਿਮੰਦਰ ਸਾਹਿਬ 'ਚ ਤਖਤ 'ਤੇ ਬਹਿ ਕੇ ਉਪਦੇਸ਼ ਨਹੀਂ ਦਿੱਤਾ। ਹਰਿਮੰਦਰ ਸਾਹਿਬ ਕੇਵਲ ਸ਼ਬਦ ਦਾ ਹੀ ਪ੍ਰਕਾਸ਼ ਹੋਇਆ, ਪਹਿਲਾ ਪ੍ਰਕਾਸ਼। ਅਤੇ ਜਦੋਂ ਫਿਰ ਅਦਬ ਸਾਹਿਤ ਜਬ ਗ੍ਰੰਥ ਕੋ ਖੋਲ੍ਹਾ ਲੇਹੋ ਆਵਾਜ਼ ਬੁੱਢਾ ਮੁਖ ਬੋਲਾ, ਅਤੇ ਮੁੱਖ ਵਾਕ ਆਇਆ ਸੂਈ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅਗਲੀ ਗੱਲ, ਇੱਕ ਗੱਲ ਇੱਥੇ ਵੀ ਮਿਲਦੀ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਤੁਸੀਂ ਅੱਜ ਸਾਨੂੰ ਜਪਜੀ ਸਾਹਿਬ ਸੁਣਾਓ ਦੀ ਆਰੰਭਤਾ ਕਰੋ। ਤਾਂ ਤੁਸੀਂ ਨਾ ਪੁਰਾਤਨ ਸੰਪਰਦਾਵਾਂ 'ਚ ਵੇਖਦੇ ਹੋਵੋਗੇ ਕਿ ਹੁਕਮਨਾਮਾ ਲੈ ਕੇ ਵੇਖੋ, ਜਦੋਂ ਸਮਾਪਤੀ ਹੁੰਦੀ ਸੀ ਨਾ ਰਾਗਮਾਲਾ ਤੋਂ ਬਾਅਦ, ਫਿਰ 5 ਪੌੜੀਆਂ ਪੜ੍ਹਦੇ ਸਨ ਜਪਜੀ ਸਾਹਿਬ ਦੀਆਂ, ਅਖੰਡ ਪਾਠ ਸਾਹਿਬ। ਕਈ ਵਾਰ ਉਹ ਬੰਦੇ ਕੀ ਤਰਕ ਕਰਦੇ ਸਨ, ਇਹ ਕਿਉਂ? ਅਸਲ ਵਿੱਚ ਪਿੱਛੇ ਜਾ ਕੇ ਵੇਖੋਗੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਬਾਬਾ ਜੀ ਜਪਜੀ ਸਾਹਿਬ ਸੁਣਾਓ ਜਿਵੇਂ ਕਰਤਾਰਪੁਰ ਸਾਹਿਬ ਤੁਸੀਂ ਸੁਣਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਸਾਹਿਬ ਸੁਣਿਆ ਹੋਏਗਾ, ਉਵੇਂ ਹੀ ਸੁਣਾਓ। ਇਹ ਜਪਜੀ ਗੁਰੂ ਨਾਨਕ ਦੀ ਹੈ ਅਤੇ ਤੁਹਾਡੇ ਮੁੱਖ 'ਚੋਂ ਗੁਰੂ ਨਾਨਕ ਬੋਲੇਗਾ। ਇਹ ਬਹੁਤ ਇਤਿਹਾਸਕ ਪ੍ਰਮਾਣ ਨੇ। ਜਪਜੀ ਸਾਹਿਬ ਦੀ ਸੰਪਰਦਾ ਹੋਈ ਅਤੇ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਸੀ ਸੁਖਾਸਨ ਕਿੱਥੇ ਹੋਏਗਾ, ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਜਿੱਥੇ ਅਸੀਂ ਪੈਂਦੇ ਹਾਂ। ਉਹ ਕੋਠਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਰਾਜਦੇ ਆ, 1604 ਦੀ 30 ਅਗਸਤ ਤੋਂ ਲੈ ਕੇ ਭਾਈ ਸਾਹਿਬ ਜੀ 23 ਮਈ ਜਾਂ ਕਈ 22 ਮੰਨਦੇ ਨੇ, 22-23 ਮਈ 1606 ਤੱਕ ਪੌਣੇ 2 ਸਾਲ ਬਣਦੇ ਆ। ਉੱਥੇ ਗੁਰੂ ਗ੍ਰੰਥ ਸਾਹਿਬ ਪੋਥੀ ਸਾਹਿਬ ਦੇ ਰੂਪ ਅੰਦਰ ਗੁਰੂ ਸਾਹਿਬ ਦਾ ਸੁਖਾਸਨ ਪਲੰਘ 'ਤੇ ਹੁੰਦਾ ਰਿਹਾ। ਅਤੇ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਸੀ ਤੁਸੀਂ ਕਿੱਥੇ ਬਾਹਰ ਰਾਜੋਗੇ। ਪੌਣੇ 2 ਸਾਲ ਉਸ ਪਲੰਘ ਦੇ ਕੋਲ ਥੱਲੇ ਗੁਰੂ ਅਰਜਨ ਦੇਵ ਸਾਹਿਬ ਭੁੰਜੇ ਪੈਂਦੇ ਰਹੇ।
ਉਹ ਚਾਦਰ ਫਿਰ ਗੁਰੂ ਅਰਜਨ ਦੇਵ ਸਾਹਿਬ ਲਈ ਵਿਛਦੀ ਸੀ। ਇਹ ਵੀ ਗੱਲਾਂ ਸਮਝਣ ਵਾਲੀਆਂ। ਜਦੋਂ ਤੁਸੀਂ ਸੱਚਖੰਡ 'ਚ ਵੇਖੋਗੇ ਨਾ, ਪਲੰਘ ਥੱਲੇ ਚਾਦਰ ਵਿਛਾਉਂਦੇ ਨੇ, ਅਤੇ ਕਈ ਬੰਦੇ ਵਿਦੇਸ਼ਾਂ ਮੈਨੂੰ ਪੁੱਛਦੇ ਆ ਕਿਉਂ। ਅਸਲ ਵਿੱਚ ਉਹ ਸਿੱਖਾਂ ਦੀ ਭਾਵਨਾ ਸੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਣ ਹੋਏਗਾ, ਗੁਰੂ ਅਰਜਨ ਦੇਵ ਸਾਹਿਬ ਉੱਥੇ ਬਿਰਾਜਦੇ, ਮਤਲਬ ਪੌਣੇ 2 ਸਾਲ। ਅਤੇ ਅੱਜ ਅਸੀਂ ਕਰਦੇ ਮੰਨਦੇ ਪ੍ਰਗਟ ਗੁਰਾਂ ਕੀ ਦੇਹ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜਿੰਦਾ ਲਾ ਕੇ ਅਸੀਂ ਸੋਫਿਆਂ 'ਤੇ ਬਹਿ ਕੇ TV ਵੇਖਦੇ ਹੁੰਦੇ, ਗੁਰੂ ਸਾਹਿਬ ਆਪਣੇ ਘਰ ਹੋਣ। ਇਸ ਲਈ ਇਹ ਉਪਦੇਸ਼ ਸਾਨੂੰ ਮਿਲਦਾ। ਅਗਲੀ ਗੱਲ ਕਹਿ ਕੇ ਫਤਿਹ ਬਣਾਉਣ ਲੱਗਾ, ਹਰਿਮੰਦਰ ਸਾਡਾ ਅੰਦਰ ਹੈ, ਅਤੇ ਹਰਿਮੰਦਰ ਵਿੱਚ ਕੇਵਲ ਸ਼ਬਦ ਦਾ ਹੀ ਪ੍ਰਕਾਸ਼ ਹੋਣਾ ਹੈ। ਲੋਕ ਜਿੰਨੀਆਂ ਮਰਜ਼ੀ ਫੋਟੋ ਪੂਜ ਲੈਣ, ਵੇਖੋ ਲੋਕ ਜਿੰਨੇ ਮਰਜ਼ੀ ਕਿਸੇ ਡੇਰੇ ਨੂੰ ਮੰਨ ਲੈਣਾ, ਆਪਾਂ ਨਹੀਂ ਕਹਿੰਦੇ, ਉਹ ਆਪੇ ਬੰਦਾ ਮੁੜਦਾ ਜਦੋਂ ਉਹਨੂੰ ਸਮਝ ਆਉਂਦੀ। ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਇਹਦੇ ਅੰਦਰ ਪ੍ਰਕਾਸ਼ ਕਿਹਦਾ ਹੋਏਗਾ? ਸ਼ਬਦ ਦਾ। ਇਸ ਕਰਕੇ ਹਰਿਮੰਦਰ ਅੰਦਰ ਕੇਵਲ ਸ਼ਬਦ ਦਾ ਹੀ ਪ੍ਰਕਾਸ਼ ਹੁੰਦਾ, ਬਾਣੀ ਦਾ ਹੀ ਪ੍ਰਕਾਸ਼ ਹੁੰਦਾ। ਇਹ ਹਰਿਮੰਦਰ ਦੇ ਅੰਦਰ ਹੋਰ ਕਿਸੇ ਚੀਜ਼ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਭਾਈ ਸਾਹਿਬ ਜੀ, ਆਪ ਜੀ ਨੇ ਡੇਰੇ ਦੀ ਗੱਲ ਕੀਤੀ ਹੈ, ਔਰ ਮੈਂ ਇਸ ਪਾਵਨ ਇਤਿਹਾਸ ਬਾਰੇ ਆਪ ਜੀ ਨੇ ਬਹੁਤ ਵਿਸਥਾਰ ਦੇ ਨਾਲ ਚਾਨਣਾ ਪਾਇਆ ਹੈ, ਸੰਗਤਾਂ ਨੂੰ ਜਾਣੂ ਕਰਵਾਇਆ ਹੈ। ਡੇਰਾਵਾਦ ਦੀ ਜਿਵੇਂ ਆਪ ਜੀ ਨੇ ਗੱਲ ਕੀਤੀ, ਅੱਜ ਜੋ ਸਰਕਾਰੀ ਪ੍ਰਮਾਣ ਨੇ ਜਾਂ ਜੋ ਪੰਜਾਬ ਦੇ ਅੰਦਰ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਕਿਸੇ ਟਾਈਮ ਇਹ ਗੱਲ ਬਹੁਤ ਪ੍ਰਚਲਿਤ ਸੀ, ਪਰ ਅੱਜ ਜੋ ਹਾਲਾਤ ਨੇ 9000 ਦੇ ਕਰੀਬ ਡੇਰਾ ਜੋ ਹੈ ਉਹ ਪੰਜਾਬ ਵਿੱਚ ਪ੍ਰਫੁੱਲਤ ਹੋ ਚੁੱਕਾ ਹੈ। ਕਿਸੇ ਨਾ ਕਿਸੇ ਤਰ੍ਹਾਂ ਸੰਗਤਾਂ ਜਾਂ ਜੋ ਆਮ ਲੋਕ ਨੇ ਇਹਨਾਂ ਨਾਲ ਜੁੜੇ ਹੈ, ਔਰ ਇਸ ਡੇਰਾਵਾਦ ਦੀ ਜੋ ਇਹ ਪ੍ਰਚਲਨ ਚੱਲਿਆ ਹੈ, ਇਸ ਦੇ ਵਿੱਚ ਜੋ ਗੁਰੂ ਘਰ ਤੋਂ, ਗੁਰੂ ਗ੍ਰੰਥ ਤੋਂ, ਗੁਰੂ ਪੰਥ ਤੋਂ ਸੰਗਤ ਬੇਮੁਖ ਹੋਈ ਪਈ ਹੈ, ਉਹਨਾਂ ਨੂੰ ਆਪ ਜੀ ਕੋਈ ਉਪਦੇਸ਼ ਦੇਣਾ ਜਾਂ ਸੰਦੇਸ਼ ਦੇਣਾ ਚਾਹੋਗੇ? ਲੱਗੇ ਜਿਹੜੀ ਹੁਣ 30 ਰਾਗਾਂ 'ਚ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ, ਔਰ 2300 ਤੇ ਕੁਝ 13 ਮੰਨਦੇ ਨੇ, ਕੁਝ 18 ਮੰਨਦੇ ਨੇ। 2318 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਦੇ, ਲਗਭਗ ਗੁਰੂ ਗ੍ਰੰਥ ਸਾਹਿਬ ਦੀ 40% ਬਾਣੀ ਹੈ। ਠੀਕ ਹੈ ਜੀ, ਇੰਨੀ ਬਾਣੀ ਉਚਾਰ ਕੇ ਇੰਨੀਆਂ ਬਖਸ਼ਾਂ ਕੀਤੀਆਂ ਸਾਡੇ 'ਤੇ, ਕਿ ਅਜੇ ਵੀ ਅਸੀਂ ਗੁਰਬਾਣੀ ਨੂੰ ਛੱਡ ਕੇ ਪਾਸੇ ਜਾਵਾਂਗੇ। ਅਤੇ ਜਿਹੜੀ ਇਹੀ ਬੇਨਤੀ ਕਰਨ ਲੱਗਾ ਸਾਂ, ਅਗਲੀ ਗੱਲ ਆ ਜਿਹੜੀ ਸਭ ਤੋਂ ਵੱਡੀ, ਜਿੱਥੇ ਹੋਰ ਬੜੀਆਂ ਵਿਸ਼ੇਸ਼ਤਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ, ਮੈਂ ਕਹਿੰਦਾ ਜਿਹੜੇ ਸੁਣ ਰਹੇ ਹੁਣ ਸੱਜਣ, ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਹੈ ਨਾ, ਵੇਖੋ ਕੋਈ ਕਿਸੇ ਡੇਰੇ ਨੂੰ ਮੰਨਦਾ, ਕਿਸੇ ਸਰੀਰ ਨੂੰ ਮੰਨਦਾ। ਡੇਰੇ ਦੇ ਇੱਥੇ 2 ਰੂਪ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸਿੱਖੀ ਸਿਧਾਂਤ ਹੈ, ਕੋਈ ਸਾਧੂ ਮਹਾਤਮਾ ਰਹਿੰਦਾ, ਉਹ ਅੰਮ੍ਰਿਤ ਸੰਚਾਰ ਕਰਾਉਂਦਾ, ਉਪਦੇਸ਼ ਕਰਦਾ, ਉਹ ਡੇਰਾ ਨਹੀਂ। ਉਹ ਅਸਲ ਵਿੱਚ ਇੱਕ ਉਹ ਸਥਾਨ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੁਰੂ ਦੀ ਗੱਲ ਹੁੰਦੀ। ਡੇਰਾ ਉਹ ਜਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ, ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ, ਕੋਈ ਇੱਕੋ ਬੰਦਾ ਤਖਤ ਲਾ ਕੇ ਬਹਿੰਦਾ ਆਪਣੀ ਗੱਲ ਕਰਦਾ, ਦੇਹਧਾਰੀ। ਹਾਂਜੀ, ਜਿਹੜਾ ਸਰੀਰ ਨੂੰ ਗੁਰੂ ਮੰਨ ਰਿਹਾ। ਅੱਜ ਹੁਣ ਇੱਥੇ ਇੱਕ ਨੁਕਤਾ ਹੋ ਜਾਏਗਾ, ਮੈਂ ਬੇਨਤੀ ਨਾਲ ਕਰਦੇ ਹਾਂ ਵੀ ਲੋਕ ਕੱਲ੍ਹ ਨੂੰ ਤੁਹਾਨੂੰ ਕਹਿ ਸਕਦੇ 239 ਸਾਲ ਗੁਰੂ ਸਾਹਿਬ ਦਾ ਸਰੀਰ 'ਚ ਹੀ ਰਹਿ, ਵੀ ਦੇਹ 'ਚ ਰਹਿ, ਪਰ ਇੱਕ ਫਰਕ ਹੈ, ਇਹ ਕੰਧ ਮੈਨੂੰ ਆਪਣਾ ਘਰ ਹੈ, ਕੋਈ ਉਹਦੇ ਬਾਹਰ ਕੋਈ ਨਾਂ ਲਿਖੇ, ਉਹਦੇ ਬਾਹਰ ਕੋਈ ਇਸ਼ਤਿਹਾਰ ਨਾ ਲੱਗੇ ਜਾਂ ਕੁਝ ਨਾਂ ਲਿਖੇ, ਕੋਈ ਲਿਖ ਜਾਂਦੇ ਨੇ ਨਾ ਕੋਈ ਇਸ਼ਤਿਹਾਰ ਵਗੈਰਾ, ਅਤੇ ਸਿਆਣਾ ਬੰਦਾ ਉਹਦੇ ਥੱਲੇ 2 ਲਾਈਨਾਂ ਲਿਖ ਦਿੰਦਾ ਵੀ ਇਸ ਕੰਧ 'ਤੇ ਲਿਖਣਾ ਮਨ੍ਹਾ ਹੈ। ਅਤੇ ਬਾਹਰੋਂ ਕੋਈ ਇਸ਼ਤਿਹਾਰ ਲਿਖਣ ਵਾਲਾ ਆਇਆ, ਉਹਨੇ ਘਰ ਦੇ ਮਾਲਕ ਨੂੰ ਕਿਹਾ ਵੀ ਇੱਥੇ ਲਿਖਦੇ ਹਾਂ, ਉਹ ਕਹਿੰਦਾ ਤੈਨੂੰ ਦਿਖਦਾ ਨਹੀਂ ਇੱਥੇ ਲਿਖਿਆ, ਇੱਥੇ ਲਿਖਣਾ ਮਨ੍ਹਾ। ਅਤੇ ਜੋ ਘਰ ਦੇ ਮਾਲਕ ਨੂੰ ਇਹ ਗੱਲ ਕਹੇ ਵੀ ਤੂੰ ਵੀ ਤਾਂ ਲਿਖੀ ਬੈਠਾ, ਉਹ ਕਹਿੰਦਾ ਮੇਰਾ ਲਿਖਣਾ ਤਾਂ ਵੀ ਇੱਥੇ ਕੋਈ ਹੋਰ ਨਾ ਲਿਖੇ, ਇੱਥੇ ਕੋਈ ਗਲਤ ਨਾ ਲਿਖੇ। ਗੁਰੂ ਦਾ ਸਰੀਰ ਵਿੱਚ ਆਉਣ ਦਾ ਮਕਸਦ ਸੀ ਵੀ ਸਰੀਰ ਗੁਰੂ ਨਹੀਂ ਹੁੰਦਾ। ਪਹਿਲੇ ਰੂਪ ਤੋਂ ਕਿਹਾ ਸ਼ਬਦ ਗੁਰੂ ਸੁਰ ਧੁਨ ਚੇਲਾ, ਬਾਣੀ ਗੁਰੂ ਗੁਰੂ ਹੈ ਬਾਣੀ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸਤਿਗੁਰ ਬਚਨ ਬਚਨ ਹੈ ਸਤਿਗੁਰ। ਸਰੀਰ 'ਚ ਰਹਿੰਦੇ ਵੀ ਸ਼ਬਦ ਨਾਲ ਜੁੜੇ ਅਤੇ ਸ਼ਬਦ ਨਾਲ ਜੋੜਿਆ। ਜਿਵੇਂ ਇੱਕ ਦਿਨ ਭਾਈ ਸਾਹਿਬ ਜੀ, ਆਪ ਜੀ ਨੂੰ ਮੈਂ 2 ਮਿੰਟ ਲੈਣੇ ਆਪ ਜੀ ਦੇ, ਕਿ ਇਧਰ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਆਪਾਂ ਰੋਜ਼ਾਨਾ ਅਰਦਾਸ ਬੇਨਤੀ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਜ਼ਿਕਰ ਕਰਦੇ ਹਾਂ ਕਿ 10 ਗੁਰੂ ਸਾਹਿਬਾਨਾਂ ਦੀ ਜੋਤ ਨਹੀਂ, 10 ਪਾਤਸ਼ਾਹੀਆਂ ਦੀ ਜੋਤ। ਹਾਂਜੀ, ਅਸੀਂ ਇਹਦਾ ਕਰਕੇ ਅਰਦਾਸ ਬੇਨਤੀ ਕਰਦੇ ਬਿਲਕੁਲ। ਹਾਂਜੀ, ਕਿਉਂਕਿ ਇਹ ਅਸਲ ਵਿੱਚ ਨਾ ਜੀ ਸ਼ਬਦ ਪ੍ਰਚਲਨ ਹੋ ਜਾਂਦਾ, ਜਦੋਂ ਉਹਨਾਂ ਨੂੰ ਬਦਲਣਾ ਬੜਾ ਔਖਾ ਹੋ ਜਾਂਦਾ। ਮੈਂ ਇਹ ਨਹੀਂ ਕਹਿੰਦਾ ਵੀ ਜਿਹਨੇ ਪ੍ਰਚਲਨ ਕੀਤਾ ਉਹਨੇ ਗਲਤ, ਉਹਦੀ ਭਾਵਨਾ ਠੀਕ ਹੋਏਗੀ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਾਂਗੇ, ਸਿਧਾਂਤ ਇੱਕ ਗੁਰੂ ਦਾ ਹੈ। ਗੁਰੂ ਦਾ ਅਰਥ ਹੈ ਜੀ ਤੋਂ ਸਾਡੀ ਅਗਿਆਨਤਾ ਰੂਪੀ ਹਨੇਰਾ ਖਾ ਕੇ ਗਿਆਨ ਰੂਪੀ ਚਾਨਣ ਦੇਣਾ। ਠੀਕ ਹੈ ਜੀ, ਅਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜੋਤ ਉਹ ਜੁਗਤ ਸਾਈ ਸਹਿ ਕਾਇਆ ਫਿਰ ਪ੍ਰਗਟੀ। ਗੁਰੂ ਇੱਕੋ ਹੈ, 10 ਸਰੀਰਾਂ 'ਚ ਵਰਤੀ ਹੈ, ਜਿਹੜੇ ਸਰੀਰਾਂ 'ਚ ਵਰਤੀ ਉਹਦੇ ਲਈ ਅਸੀਂ ਸ਼ਬਦ ਪਾਤਸ਼ਾਹੀ ਵਰਤਿਆ। ਗੁਰੂ ਗੋਬਿੰਦ ਸਿੰਘ ਦੀ ਖੁਦ ਦੀ ਬਾਣੀ ਪੜ੍ਹ ਲਓ, ਉਹਨਾਂ ਨੇ ਤੁਹਾਨੂੰ ਕਿਤੇ ਵੀ ਆਪਾਂ ਸ਼ਬਦ ਪੜ੍ਹਨੇ ਆ, ਸ਼੍ਰੀ ਮੁਖ ਵਾਕ ਪਾਤਸ਼ਾਹੀ 10। ਠੀਕ ਹੈ ਜੀ, ਇੱਧਰ ਆ ਜਾਓ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ, ਬਹੁਤੀਆਂ ਜ਼ਿਕਰ ਆਪਾਂ ਹੋਰ ਨਹੀਂ ਕਰ ਪਾਏ। ਵੇਖੋ, ਜਦੋਂ ਤਾਂ ਤੁਸੀਂ ਗੁਰੂ ਨੂੰ ਬਾਹਰੋਂ ਵੇਖੋਗੇ ਤੁਹਾਨੂੰ ਪਛਾਣ ਹੁੰਦੀ ਜਾਏਗੀ ਗੁਰੂ ਨਾਨਕ ਹੈ, ਗੁਰੂ ਅੰਗਦ ਦੇਵ ਸਾਹਿਬ ਹੈ, ਗੁਰੂ ਅਮਰਦਾਸ ਸਾਹਿਬ ਹੈ। ਅਤੇ ਜੇ ਤੁਸੀਂ, ਮੈਂ ਕਈ ਵਾਰੀ ਸੋਚਦਾ ਵੀ ਆਪਣੇ ਮਨ 'ਚ ਮੰਨ ਲਓ ਅਸੀਂ ਰਾਮਕਲੀ ਮਹੱਲਾ 3 ਪੜ੍ਹਿਆ, ਮਹੱਲਾ 3 ਇਹਨੂੰ 1 ਮਿੰਟ ਆਪਾਂ 1 ਮਿੰਟ ਹੱਥ ਰੱਖੀਏ ਅਤੇ ਵਿੱਚੋਂ ਬਾਣੀ ਪੜ੍ਹੋ, ਵਿੱਚੋਂ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਵੀ ਕਹੇ ਅਮਰਦਾਸ।
ਛੇ ਹੀ ਗੁਰੂ ਸ਼ਰੀਰਾਂ ਦੀ ਬਾਣੀ ਪੜਾਂਗੇ, ਵਿੱਚੋਂ ਗੁਰੂ ਨਾਨਕ ਹੀ ਬੋਲੇਗਾ। ਇਹਦਾ ਮਤਲਬ ਹੈ ਗੁਰੂ ਨਾਨਕ ਨਹੀਂ ਬਦਲਿਆ, ਸਰੀਰ ਹੀ ਬਦਲਿਆ। ਤੇ ਸਰੀਰ ਬਦਲਣਾ ਗੁਰੂ ਥੋੜੀ ਬਦਲਿਆ, ਗਿਆਨ ਤਾਂ ਨਹੀਂ ਨਾ ਬਦਲਿਆ ਹੈ। ਹਾਂ, ਗੁਰੂ ਇੱਕ ਹੀ ਆ। ਇਸ ਕਰਕੇ ਸਿਆਣੇ ਵਿਦਵਾਨ ਸੱਜਣਾ ਨੇ ਅਰਦਾਸ 'ਚ ਦਸਾਂ ਪਾਤਸ਼ਾਹੀਆਂ ਸ਼ਬਦ ਦਰਜ ਕੀਤਾ, 10 ਗੁਰੂਆਂ ਨਹੀਂ ਕੀਤਾ। ਕੋਸ਼ਿਸ਼ ਕਰੀਏ ਮੈਥਡ ਆ ਜਿਹੜਾ ਸਾਡਾ ਇਹ ਸੰਗਤ ਤੱਕ ਜਿਹੜਾ ਜਾਵੇ, ਤੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ 'ਤੇ ਆਪਣਾ ਭਰੋਸਾ ਲਿਆਈਏ। ਜਿਹੜਾ ਕਵਿਤ ਦੋਹਰਾ ਕਿਸੇ ਨੇ ਲਿਖਿਆ ਕਿ ਜਿਹੜਾ ਮੇਰਾ ਭਰੋਸਾ ਹੈ ਉਹ ਕੇਵਲ ਗੁਰੂ ਗ੍ਰੰਥ ਸਾਹਿਬ 'ਤੇ ਹੈ, ਗੁਰੂ ਸਾਹਿਬਾਂ ਦੀ ਬਾਣੀ 'ਤੇ, ਸਾਡੇ ਸਿਧਾਂਤ 'ਤੇ ਹੈ, ਖੰਡੇ ਬਾਟੇ ਦੇ ਅੰਮ੍ਰਿਤ 'ਤੇ ਹੈ। ਅਤੇ ਇਹ ਐਡੀ ਵੱਡੀ ਬਖਸ਼ਿਸ਼ ਇਲਾਹੀ ਕਲਾਮ, ਇਹ ਸ਼ਬਦ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ। ਬਰਨਾਰਡ ਸ਼ਾਹ ਤੁਸੀਂ ਨਾਂ ਸੁਣਿਆ ਨਾ, ਵਿਗਿਆਨੀ, ਉਹਨੂੰ ਕਿਸੇ ਨੇ ਪੁੱਛਿਆ ਸੀ, ਕਹਿੰਦੇ ਆਉਣ ਵਾਲੇ ਸਮੇਂ 'ਚ ਕਿਹੜਾ ਧਰਮ ਅਤੇ ਕਿਹੜਾ ਧਾਰਮਿਕ ਗ੍ਰੰਥ ਰਹੂਗਾ, ਕਿਉਂਕਿ ਸਾਇੰਸ ਇੱਥੋਂ ਤੱਕ ਆਪਣੀ ਖੋਜ ਕਰ ਰਹੀ ਹੈ। ਤੁਹਾਨੂੰ ਸ਼ਾਇਦ ਗਲਤ ਲੱਗੇ, ਪਹਿਲਾਂ ਕਿਸੇ ਨੇ ਕਿਹਾ ਸੀ ਵੀ ਜਿਹੜੀਆਂ ਸੜਕਾਂ ਉਹ ਪ੍ਰਕਾਸ਼ ਦੀਆਂ ਹੋਣਗੀਆਂ, ਅਤੇ ਬੰਦਾ ਕਹਿੰਦਾ ਪ੍ਰਕਾਸ਼ ਦੀ ਸੜਕ ਕਿਵੇਂ ਬਣੀ? ਅਤੇ ਹੁਣ ਜਹਾਜ਼ ਪ੍ਰਕਾਸ਼ ਦੀਆਂ ਸੜਕਾਂ 'ਤੇ ਚੱਲਦੇ ਨੇ, ਚੱਲਦੇ ਤਾਂ ਜਹਾਜ਼ 'ਤੇ, ਉਹਨਾਂ ਦਾ ਰੂਟ ਹੈ ਨਾ, ਸੜਕ ਹੈ ਨਾ, ਉਹ ਪ੍ਰਕਾਸ਼ ਦੀ ਹੈ। ਹੁਣ ਆਪਾਂ ਗੱਡੀਆਂ ਨੂੰ ਚਾਬੀ ਨਾਲ ਸਟਾਰਟ ਕਰਦੇ ਹਾਂ, ਚਾਬੀ ਨਾਲ ਖੋਲ੍ਹਦੇ ਹਾਂ, ਆਉਣ ਵਾਲੇ ਦਹਾਕੇ ਤੋਂ ਬਾਅਦ ਇਹ ਖਤਮ ਹੋ ਜਾਣਗੀਆਂ ਚੀਜ਼ਾਂ, ਸਭ ਕੁਝ ਫਿੰਗਰ ਨਾਲ ਚੱਲੇ, ਨਾ ਕੋਈ ਚਾਬੀ ਰਹੇਗੀ, ਨਾ ਕੋਈ ਕੁਛ ਰਹੇਗਾ। ਬਰਨਾਰਡ ਸ਼ਾਹ ਨੂੰ ਪੁੱਛਿਆ ਜਦੋਂ ਇੰਨਾ ਕੁਝ ਹੋ ਜਾਏਗਾ ਫਿਰ ਕਿਹੜਾ ਧਾਰਮਿਕ ਗ੍ਰੰਥ, ਕਿਹੜਾ ਧਰਮ ਰਹੂਗਾ? ਉਹ ਕਹਿੰਦਾ ਮੈਨੂੰ ਨਹੀਂ ਪਤਾ, ਕਿਉਂਕਿ ਵਿਗਿਆਨੀ ਸੀ, ਕਿਹੜਾ ਧਰਮ ਰਹੂਗਾ, ਕੀ ਰਹੂਗਾ, ਕੀ ਨਹੀਂ। ਪਰ ਉਹ ਕਹਿੰਦਾ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਵੀ ਭਾਵੇਂ ਸਾਇੰਸ ਕਿਸੇ ਟੀਸੀ 'ਤੇ ਪਹੁੰਚ ਜਾਏ, ਦੁਨੀਆ 'ਚ ਕੋਈ ਧਰਮ ਰਵੇ ਨਾ ਰਵੇ, ਧਾਰਮਿਕ ਗ੍ਰੰਥ ਰਵੇ ਨਾ ਰਵੇ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਹੋਣ ਨਾਲੋਂ ਵੀ 10 ਗੁਣਾ ਵੱਧ ਹੋ ਜਾਊ। ਕਹਿੰਦਾ ਇਹ ਨਹੀਂ ਕਦੇ ਮਿਟ ਸਕਦਾ, ਕਿਉਂਕਿ ਜੋ ਇਹਦੇ ਅੰਦਰ ਹੈ ਉਹ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਾਰੇ ਧਾਰਮਿਕ ਗ੍ਰੰਥ, ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ, ਸਾਰੇ ਧਾਰਮਿਕ ਰਹਿਬਰਾਂ ਤੋਂ ਬਾਅਦ 'ਚ ਜਾਂ ਪਹਿਲਾਂ ਲਿਖੇ ਗਏ। ਗੁਰੂ ਗ੍ਰੰਥ ਸਾਹਿਬ ਜਿਹੜਾ ਦੋਨੋਂ ਵਾਰ ਗੁਰੂ ਸਾਹਿਬ ਨੇ ਖੁਦ ਕੋਲ ਬੈਠ ਕੇ ਲਿਖਵਾ ਕੇ ਕਿਹਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਇੰਨੀਆਂ ਬੇਨਤੀਆਂ ਆਪ ਜੀ ਪ੍ਰਵਾਨ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਸੋ ਇਹ ਸਨ ਸਿੱਖ ਪੰਥ ਦੀ ਨਾਮਵਰ ਸ਼ਖਸੀਅਤ ਭਾਈ ਨਿਰਮਲ ਸਿੰਘ ਜੀ ਧੂਲਕੋਟ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਪਾਵਨ ਇਤਿਹਾਸ 'ਤੇ ਚਾਨਣਾ ਪਾਇਆ ਔਰ ਆਪ ਸਮੂਹ ਸੰਗਤਾਂ ਨੂੰ ਜਾਣੂ ਕਰਵਾਇਆ। ਔਰ ਸਾਧ ਸੰਗਤ ਜੀ, ਅੱਜ ਲੋੜ ਹੈ ਬਾਣੀ ਔਰ ਬਾਣੇ ਦੇ ਧਾਰਨੀ ਬਣ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼, ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦੀ ਔਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਨਾ ਖੁਸ਼ੀਆਂ ਦੇ ਪਾਤਰ ਬਣੀਏ। ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।